ਸਤਿ ਸ਼੍ਰੀ ਅਕਾਲ ਜੀ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਰੁਣ ਆਹੂਜਾ। ਰੋਜ਼ਾਨਾ ਇੱਕ ਅਹਿਮ ਮੁੱਦਾ ਲੈ ਕੇ ਇਸ ਡਿਬੇਟ ਦੇ ਵਿੱਚ ਅਸੀਂ ਹਾਜ਼ਰ ਹੁੰਨੇ ਆ ਤੇ ਅੱਜ ਪੰਜਾਬ ਵਰਸਸ ਹਰਿਆਣਾ ਜਿਹੜੀ ਜੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ 15 ਦਿਨ ਕਾਫੀ ਅਹਿਮ ਰਹਿਣ ਵਾਲੇ ਨੇ। ਇਸ ਲੜਾਈ ਦੀ ਸ਼ੁਰੂਆਤ ਜਿਹੜੀ ਹਰਿਆਣਾ ਦੇ ਸੀਐਮ ਨੇ ਜਿਹੜੇ ਮਨੋਹਰ ਲਾਲ ਖੱਟਰ ਉਹਨਾਂ ਦੇ ਇੱਕ ਬਿਆਨ ਤੋਂ ਬਾਅਦ ਸ਼ੁਰੂ ਹੋਈ ਹੈਗੀ ਹੈ ਤੇ ਉਸ ਗੱਲ ਦਾ ਜ਼ਿਕਰ ਬਾਅਦ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਪਰਾਲੀ ਮੁੱਦੇ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਕੀ ਕਹਿ ਰਹੇ ਨੇ, ਆਓ ਦੇਖਦੇ ਹਾਂ। ਗੱਲ ਕਰਨੀ ਉਹ ਹੈਗਾ ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਮੁੱਦਾ ਹੈ, ਜਿਹੜਾ ਵਿਸ਼ਾ ਹੈ, ਉਹ ਬਹੁਤ ਗੰਭੀਰ ਹੈ। ਕਈ ਸਾਲਾਂ ਤੋਂ ਤੁਸੀਂ ਹੁਣ ਦੇਖਦੇ ਹੋਵੋਗੇ ਕਿ ਹਰ ਰੋਜ਼ ਟੀਵੀ ਦੇ ਉੱਤੇ ਜਿਹੜੀ ਸੈਂਟਰ ਸਰਕਾਰ ਹੈ ਉਹ ਦਿੱਲੀ ਤੇ ਪੰਜਾਬ ਸਰਕਾਰ ਨੂੰ ਗਾਲਾਂ ਕੱਢ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਹੇ ਨੇ। ਇਹ ਪਰਾਲੀ ਕਿਉਂ ਜਲਾਉਂਦੇ ਨੇ ਜੀ? ਦਿੱਲੀ 'ਚ ਇੰਨਾ ਪੋਲੂਸ਼ਨ ਕਿਉਂ ਵੱਧ ਗਿਆ ਜੀ? ਅਸੀਂ ਜਿਹੜੇ ਮੇਰੇ ਕੋਲ ਕਾਗਜ਼ ਨੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ, ਉਹਨਾਂ ਨੂੰ ਕਈ ਮਹੀਨੇ ਪਹਿਲਾਂ ਇਹ ਹੱਲ ਦਿੱਤਾ ਸੀ। ਉਹ ਕਹਿੰਦੇ ਸੀ ਇਹਦਾ ਹੱਲ ਕੀ ਹੈ ਕਿ 1500 ਰੁਪਏ ਸਾਨੂੰ ਸੈਂਟਰ ਦੇ ਦੇ, 500 ਰੁਪਇਆ ਦਿੱਲੀ ਸਰਕਾਰ ਆਪਣੇ ਵੱਲੋਂ ਪਾਊਗੀ, 500 ਰੁਪਇਆ ਪੰਜਾਬ ਸਰਕਾਰ ਪਾ ਲੂਗੀ, 2500 ਰੁਪਇਆ ਪਰ ਏਕੜ ਅਸੀਂ ਕਿਸਾਨਾਂ ਨੂੰ ਜੇ ਵਿੱਤੀ ਸਹਾਇਤਾ ਦੇ ਦਈਏ ਤਾਂ ਉਹ ਇਹਦੇ ਵਿੱਚੋਂ ਕੁਝ ਪੈਸੇ ਖਰਚ ਕੇ, ਜੋ ਦਿਹਾੜੀਆਂ 'ਤੇ ਲੱਗਣਗੇ ਉਹਨਾਂ ਨੂੰ ਖਰਚ ਕੇ ਇਹ ਪਰਾਲੀ ਨੂੰ ਇੱਕ ਪਾਸੇ ਰੱਖ ਲੈਣਗੇ। ਪਰ ਸੈਂਟਰ ਨੇ ਉਹ ਸਾਡੀ ਜਿਹੜੀ ਸਕੀਮ ਸੀ, ਸਾਡਾ ਜਿਹੜੀ ਅਸੀਂ ਇਹਨਾਂ ਨੂੰ ਬਣਾ ਕੇ ਭੇਜੀ ਸੀ ਕਿ ਇਹਦਾ ਹੱਲ ਇਹ ਹੈ, ਉਹਨੂੰ ਮੰਨਿਆ ਨਹੀਂ। ਚਲੋ ਨਹੀਂ ਮੰਨਿਆ, ਫਿਰ ਕਹਿੰਦੇ ਜੀ ਹੋਰ ਹੱਲ ਦਿਓ। ਅਸੀਂ ਇੱਕ ਹੋਰ ਹੱਲ ਦਿੱਤਾ ਕਿ ਪਰਾਲੀ ਤੋਂ ਬਾਇਓ ਐਨਰਜੀ, ਪਰਾਲੀ ਤੋਂ ਬਿਜਲੀ, ਪਰਾਲੀ ਤੋਂ ਹੋਰ ਤਰ੍ਹਾਂ ਦੀਆਂ ਗੈਸਾਂ ਬਣਾਉਣ ਵਾਲੀਆਂ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੀਆਂ ਨੇ, ਕਿਉਂਕਿ ਪਰਾਲੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਉਹ ਉਸ ਪਰਾਲੀ ਨੂੰ ਚੁੱਕ ਲੈਣਗੀਆਂ। ਸਾਨੂੰ ਉਹਨਾਂ ਪ੍ਰੋਜੈਕਟਾਂ ਨੂੰ ਲਾਉਣ ਦੀ ਇਜਾਜ਼ਤ ਦੇ ਦਿਓ। ਉਹ ਵੀ ਉਹਨਾਂ ਨੇ ਰੱਦ ਕਰਤੀ, ਕਹਿੰਦੇ ਨਹੀਂ ਜੀ। ਅਸੀਂ ਕਿਹਾ ਜੀ ਫਿਰ ਹੋਰ ਕੀ ਕਰੀਏ? ਹੁਣ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਖੁਦ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੁੰਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਧੂੰਆਂ ਜਿਹੜਾ ਹੈ ਉਹ ਉਹਦੇ ਆਪਣੇ ਅਤੇ ਉਹਦੇ ਪਰਿਵਾਰ ਦੇ ਅਤੇ ਉਹਦੇ ਆਪਣੇ ਪਿੰਡ ਦੇ ਫੇਫੜਿਆਂ ਵਿੱਚ ਦੀ ਲੰਘ ਕੇ ਆਉਂਦਾ ਨਾ, ਬਾਕੀ ਤਾਂ ਕਿਤੇ ਬਾਅਦ ਜਾਂਦਾ ਹੋਊਗਾ। ਪਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਸੈਂਟਰ ਸਰਕਾਰ ਹੈ, ਗੱਲ ਗੱਲ 'ਤੇ ਪੰਜਾਬ ਦੇ ਕਿਸਾਨਾਂ ਨੂੰ ਗਾਲਾਂ ਦੇਈ ਜਾਂਦੇ। ਪੰਜਾਬ ਦੇ ਕਿਸਾਨ ਆਏ, ਪੰਜਾਬ ਦੇ ਕਿਸਾਨ ਐਂ ਕਿਉਂ ਕਰਦੇ ਨੇ? ਤਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਕੋਈ ਹੱਲ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਕੀ ਕਰਨ? ਅਸੀਂ ਵੀ ਉਹਨਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ। ਹੱਲ ਜਦੋਂ ਅਸੀਂ ਦੱਸਦੇ ਹਾਂ ਤਾਂ ਸੈਂਟਰ ਸਰਕਾਰ ਉਦੋਂ ਮੁੱਕਰ ਜਾਂਦੀ ਹੈ ਕਿ ਆਹ ਹੱਲ ਹੈ। ਠੀਕ ਹੈ, ਹੌਲੀ ਹੌਲੀ, ਕਿਉਂਕਿ ਨਵੀਂ ਸਰਕਾਰ ਬਣੀ ਹੈ, ਅਗਲੇ ਸਾਲ ਨੂੰ ਸ਼ਾਇਦ ਅਸੀਂ ਬਦਲਵੀਆਂ ਫਸਲਾਂ ਜਿਹੜੀਆਂ ਨੇ ਉਹ ਬਿਜਵਾਉਣ ਲਈ ਉਤਸ਼ਾਹਿਤ ਕਰਾਂਗੇ। ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਜਿਹਦੇ 'ਚੋਂ ਮੈਨੂੰ ਰਾਜਨੀਤੀ ਦੀ ਬੂ ਆ ਰਹੀ ਹੈ ਕਿ ਦਿੱਲੀ ਤੇ ਪੰਜਾਬ ਹੀ ਕਿਉਂ? ਕੀ ਗੱਲ ਜੀ? ਹਰਿਆਣਾ, ਮੇਰੇ ਕੋਲੇ ਏਅਰ ਕੁਆਲਿਟੀ ਇੰਡੈਕਸ AQI ਜਿਹੜਾ ਟੀਵੀ 'ਤੇ ਆਉਂਦਾ ਹੁੰਦਾ, ਮੈਂ ਥੋੜ੍ਹਾ ਸੌਖੀ ਲੈਂਗੁਏਜ ਸਮਝਾ ਦਿੰਦਾ। ਮੇਰੇ ਕੋਲ ਇੰਡੈਕਸ ਪਿਆ ਹੈ ਏਅਰ ਕੁਆਲਿਟੀ, ਇਹਦੇ ਵਿੱਚ ਫਰੀਦਾਬਾਦ ਨੰਬਰ 1 'ਤੇ ਹੈ, ਹਰਿਆਣੇ ਦਾ ਸ਼ਹਿਰ ਹੈ। ਇਹਦੇ ਵਿੱਚ ਮਾਨੇਸਰ, ਗਵਾਲੀਅਰ, ਗੁੜਗਾਉਂ, ਸੋਨੀਪਤ, ਲੁਧਿਆਣਾ ਵੀ ਹੈ ਪੰਜਾਬ ਦਾ, ਭੋਪਾਲ, ਪਾਣੀਪਤ, ਕੋਟਾ, ਕਰਨਾਲ, ਰੋਹਤਕ, ਹਿਸਾਰ, ਜੋਧਪੁਰ, ਇੰਦੌਰ, ਮੇਰਠ, ਜੈਪੁਰ, ਚੰਡੀਗੜ੍ਹ, ਜਬਲਪੁਰ, ਪਟਨਾ, ਆਗਰਾ, ਬੱਦੀ, ਉਦੈਪੁਰ, ਆਹ ਮੇਰੇ ਕੋਲ ਸਾਰਾ ਸਟੇਟ ਵਾਈਜ਼ ਵੀ ਹੈ। ਦਿੱਲੀ ਦੇ ਕਿਹੜੇ ਕਿਹੜੇ ਏਰੀਏ ਨੇ, ਪੰਜਾਬ ਦੇ ਕਿਹੜੇ ਕਿਹੜੇ ਏਰੀਏ ਨੇ, ਹਰਿਆਣੇ ਦੇ ਕਿਹੜੇ ਕਿਹੜੇ ਏਰੀਏ ਨੇ, ਮੱਧ ਪ੍ਰਦੇਸ਼ ਦੇ ਕਿਹੜੇ ਏਰੀਏ ਨੇ, ਉੱਤਰ ਪ੍ਰਦੇਸ਼ ਦੇ ਕਿਹੜੇ ਏਰੀਏ ਨੇ, ਰਾਜਸਥਾਨ ਦੇ ਕਿਹੜੇ ਏਰੀਏ ਨੇ, ਅਤੇ ਬਿਹਾਰ ਦੇ ਕਿਹੜੇ ਏਰੀਏ ਨੇ। ਇਹ ਤਾਂ ਇੱਦਾਂ ਲੱਗਦਾ ਜਿਵੇਂ ਪੰਜਾਬ ਅਤੇ ਦਿੱਲੀ ਪ੍ਰਦੂਸ਼ਣ ਕਰ ਰਹੇ ਨੇ, ਆਲੇ ਦੁਆਲੇ ਬਾਕੀ ਸਾਰੇ ਸਵਿਟਜ਼ਰਲੈਂਡ ਹੀ ਵਸਦੇ ਨੇ, ਬਸ ਆਲੇ ਦੁਆਲੇ ਕੋਈ ਪੋਲੂਸ਼ਨ ਨਹੀਂ। ਪ੍ਰਧਾਨ ਮੰਤਰੀ ਜੀ, ਨਾਰਥ ਇੰਡੀਆ ਦੀ ਪ੍ਰੋਬਲਮ ਹੈ, ਤੁਸੀਂ ਬਿਹਾਰ ਵਾਲਿਆਂ ਨੂੰ ਬੁਲਾਓ,
ਰਾਜਸਥਾਨ ਵਾਲਿਆਂ ਨੂੰ ਬੁਲਾਓ, ਦਿੱਲੀ ਵਾਲਿਆਂ ਨੂੰ ਬੁਲਾਓ, ਪੰਜਾਬ ਵਾਲਿਆਂ ਨੂੰ ਬੁਲਾਓ, ਹਰਿਆਣੇ ਵਾਲਿਆਂ ਨੂੰ ਬੁਲਾਓ, ਹਿਮਾਚਲ ਨੂੰ, ਯੂਪੀ ਨੂੰ ਬੁਲਾਓ। ਨਾਰਥ ਇੰਡੀਆ ਦੀ ਪ੍ਰੋਬਲਮ ਹੈ ਅਤੇ ਪੈਸਾ ਤੁਸੀਂ ਧੇਲਾ ਖਰਚ ਕੇ ਰਾਜੀ ਨਹੀਂ ਅਤੇ ਕਹਿੰਦੇ ਹੋ ਤੁਸੀਂ ਕਿ ਅਸੀਂ ਚੌਲ ਤਾਂ ਲੈ ਲਾਂਗੇ ਤੁਹਾਡੇ ਤੋਂ, ਸਾਨੂੰ ਰਾਈਸ ਚਾਹੀਦੇ ਹੈ, ਅੰਨਦਾਤਾ। ਪਰ ਨਾਲ ਨਾਲ ਇਹ ਕਦੇ ਨਹੀਂ ਪੁੱਛਿਆ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੇ, ਕਿ ਜੀ MSP 'ਤੇ ਵਿਕ ਰਿਹਾ ਹੈ ਝੋਨਾ, ਜਾਂ ਜਿਹੜਾ ਚਾਈਨੀਜ਼ ਵਾਇਰਸ ਆ ਗਿਆ ਸੀ ਕੁਛ ਏਰੀਏ ਦੇ ਵਿੱਚ, ਉੱਥੇ ਕਿੰਨਾ ਕੁ ਝਾੜ ਘਟਿਆ, ਉਹਦਾ ਮੁਆਵਜ਼ਾ ਦੇਣ ਬਾਰੇ ਸਾਨੂੰ ਰਿਪੋਰਟ ਦੇ ਦਿਓ। ਇਹ ਕਦੇ ਨਹੀਂ ਪੁੱਛਿਆ। ਹਾਂ, ਇੰਨਾ ਜ਼ਰੂਰ ਪੁੱਛ ਲੈਂਦੇ ਨੇ, ਆ ਪਏ ਨੇ ਮੇਰੇ ਕੋਲੇ ਆ ਚਿੱਠੀਆਂ ਦਾ ਪਲੰਦਾ ਇਹਨਾਂ ਦਾ ਪਿਆ, ਹਰ ਚਿੱਠੀ 'ਚ ਪੁੱਛ ਲੈਂਦੇ ਨੇ ਕਿੰਨੇ ਪਰਚੇ ਦਰਜ ਕਰਤੇ ਜੀ, ਪਿਛਲੀ ਵਾਰ ਨਾਲੋਂ ਕਿੰਨੇ ਵੱਧ ਪਰਚੇ ਦਰਜ ਕਰਤੇ ਜੀ। ਕੀ ਗੱਲ ਜੀ, ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅਪਰਾਧੀ ਸਮਝ ਰਹੇ ਹੋ? ਪਹਿਲਾਂ ਤਾਂ ਉਹਨਾਂ ਤੋਂ ਚੌਲ ਲੈਂਦੇ ਹੋ, ਉਦੋਂ ਅੰਨਦਾਤਾ, ਚੌਲ ਲੈਣ ਤੋਂ ਬਾਅਦ ਇਮੀਡੀਏਟਲੀ ਬਾਅਦ ਅਗਲੀ ਫਸਲ ਬੀਜਣ ਤੋਂ ਪਹਿਲਾਂ ਅਪਰਾਧੀ, ਪਰਚੇ ਦਰਜ ਕਰ ਦਿਓ ਜੀ, ਸਾਨੂੰ ਰਿਪੋਰਟ ਦਿਓ ਜੀ ਕਿੰਨੇ ਪਰਚੇ ਦਰਜ ਕੀਤੇ ਨੇ, DCs ਨੂੰ ਆਰਡਰ ਦਿਓ ਜੀ, ਰੈੱਡ ਜ਼ੋਨ ਬਣਾਓ ਜੀ, ਫਲਾਣਾ ਧਮਕਾ। ਇੱਦਾਂ ਥੋੜ੍ਹੀ ਮਸਲੇ ਹੱਲ ਹੋਣਗੇ। ਤੁਸੀਂ ਤਾਂ ਦੇਖੋ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਮੈਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਲੀਅਰਲੀ, ਤੁਸੀਂ AC ਕਮਰਿਆਂ ਦੇ ਵਿੱਚ ਬੈਠ ਕੇ ਸਿੱਧਾ ਬਸ ਗਾਲਾਂ ਦੇਣ 'ਤੇ ਲੱਗ ਜਾਂਦੇ ਹੋ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਐਂ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ। ਸ਼ਾਇਦ ਕੇਂਦਰ ਸਰਕਾਰ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ, ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਵੱਡੀ ਨਫ਼ਰਤ ਹੈ। ਜਿਹੜਾ ਅੰਦੋਲਨ ਹੋਇਆ, ਜਿੱਥੇ ਘਮੰਡ ਟੁੱਟਿਆ ਸੀਗਾ ਸੈਂਟਰ ਸਰਕਾਰ ਦਾ, ਸ਼ਾਇਦ ਉਹਦੇ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਚਾਹੁੰਦੇ ਹੀ ਨਹੀਂ ਕਿ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਭਰ ਜਾਣ, ਜਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਰਹਿਣ। ਬਦਨਾਮ ਕਰਨ 'ਤੇ ਲੱਗੇ ਹੋਏ ਆ। ਸਖਤ ਵਿਰੋਧ ਕਰਦੇ ਹਾਂ ਇਸ ਗੱਲ ਦਾ। ਦਿੱਲੀ, ਪੰਜਾਬ, ਅੱਛਾ ਜੀ, ਫਿਰ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਸਵਿਟਜ਼ਰਲੈਂਡ ਬਣ ਗਏ। ਉੱਥੇ ਕੋਈ ਜਿਹੜਾ ਪੋਲੂਸ਼ਨ ਨਹੀਂ ਹੋ ਰਿਹਾ, ਜਦ ਕਿ ਮੈਂ ਤੁਹਾਨੂੰ ਏਅਰ ਕੁਆਲਿਟੀ ਇੰਡੈਕਸ ਦਿਖਾ ਰਿਹਾ। ਇਹ ਮੈਂ ਤਾਂ ਨਹੀਂ ਬਣਾਇਆ ਜੀ, ਇਹ ਤਾਂ NGT ਨੇ ਬਣਾਇਆ, ਇਹ ਤਾਂ ਵਾਤਾਵਰਨ ਵਿਭਾਗ ਨੇ ਬਣਾਇਆ। ਸੋ ਇਸ ਕਰਕੇ ਇੱਥੋਂ ਸਿੱਧਾ ਹੀ ਪਤਾ ਲੱਗਦਾ ਹੈ ਕਿ ਰਾਜਨੀਤੀ ਕਰਨੀ ਹੈ। ਜੇ ਰਾਜਨੀਤੀ ਕਰਨੀ ਹੈ, ਕਰੀ ਜਾਓ। ਸਿਰਫ ਦਿੱਲੀ ਅਤੇ ਪੰਜਾਬ ਬਸ। ਪੰਜਾਬ ਦਾ ਕਿਸਾਨ, ਮੈਂ ਖੁਦ ਕਿਸਾਨ ਦਾ ਪੁੱਤਰ ਹਾਂ, ਮੈਂ ਕਿਸਾਨਾਂ ਦੇ ਬਹੁਤ ਸਾਰੇ ਵੱਡੀਆਂ ਜਥੇਬੰਦੀਆਂ ਨੂੰ ਮਿਲ ਚੁੱਕਿਆ। ਉਹ ਨਹੀਂ ਲਾਉਣਾ ਚਾਹੁੰਦੇ ਅੱਗ। ਉਹ ਅੱਗ ਕੀ, ਉਹ ਤਾਂ ਝੋਨੇ ਤੋਂ ਵੀ ਖਹਿੜਾ ਛਡਾਉਣਾ ਚਾਹੁੰਦੇ ਨੇ। ਪਰ ਕੋਈ ਆਪਸ਼ਨ ਤਾਂ ਦਿਓ, ਕੋਈ MSP ਤਾਂ ਦਿਓ ਕਿਸੇ ਫਸਲ 'ਤੇ। MSP ਦੇਣ ਵਾਰ ਤੁਸੀਂ ਮੁੱਕਰ ਜਾਂਦੇ ਹੋ। ਚੌਲ ਲੈਣ ਤੋਂ ਬਾਅਦ ਪਰਾਲੀ ਦੇ ਹੱਲ ਕੋਈ ਦੇਵੇ ਕੋਈ ਸਟੇਟ, ਉਹ 'ਤੇ ਤੁਸੀਂ ਗੌਰ ਨਹੀਂ ਕਰਦੇ। ਐਂ ਕਰੋ ਜੀ, ਉਤਸ਼ਾਹਿਤ ਕਰੋ। ਅਸੀਂ ਮਸ਼ੀਨਾਂ ਵੀ 1,20,000 ਦੇ ਕਰੀਬ ਮਸ਼ੀਨਾਂ ਦਿੱਤੀਆਂ, ਅਖਬਾਰਾਂ 'ਚ ਐਡਾਂ ਦਿੱਤੀਆਂ, TV 'ਚ ਐਡਾਂ ਦਿੱਤੀਆਂ, ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟਾਂ ਕਰਾਈਆਂ। ਪੰਜਾਬ ਦੇ ਲੋਕ ਅੱਗ ਨਹੀਂ ਲਾਉਣਾ ਚਾਹੁੰਦੇ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ 125 ਪਿੰਡਾਂ ਦੇ ਸਮੂਹ, 125 ਪਿੰਡਾਂ ਦੇ ਸਮੂਹ, ਕਿਤੇ 120 ਪਿੰਡਾਂ ਦੇ ਸਮੂਹ ਨੇ, ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਅੱਗ ਨਹੀਂ ਲਾਉਣੀ। ਇਹਦਾ ਮਤਲਬ ਅੱਗ ਦਿਲੋਂ ਨਹੀਂ ਲਾਉਣਾ ਚਾਹੁੰਦੇ, ਮਜਬੂਰੀ ਹੈ। ਮਜਬੂਰੀ ਦਾ ਕੋਈ ਹੱਲ ਨਹੀਂ ਦੱਸਦੇ ਅਤੇ ਸਿੱਧਾ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਹੋ। ਪੰਜਾਬ ਦੇ ਕਿਸਾਨ ਇਹ ਬਰਦਾਸ਼ਤ ਨਹੀਂ ਕਰਨਗੇ। BJP ਬਦਲਾ ਲੈਣ ਵਾਲੀ ਨੀਤੀ ਤੋਂ ਉਤਰੀ ਹੋਈ ਹੈ ਹੁਣ, ਕਿ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈਣਾ, ਕਿ ਇਹਨਾਂ ਨੇ ਜਿਹੜਾ ਐਡਾ ਵੱਡਾ ਅੰਦੋਲਨ ਕਰਕੇ ਅਤੇ ਘਮੰਡ ਤੋੜਤਾ ਸੈਂਟਰ ਸਰਕਾਰ ਦਾ। ਸੋ ਇਹ ਬਰਦਾਸ਼ਤ ਨਹੀਂ ਹੋਊਗਾ। ਮੇਰੇ ਕੋਲ ਇੰਡੈਕਸ ਪਿਆ ਸਾਰਾ, ਜਦੋਂ ਮਰਜ਼ੀ ਚੈੱਕ ਕਰਾ ਲਿਓ। ਪੰਜਾਬ ਜਿਹੜਾ ਉਹਦਾ ਲੁਧਿਆਣਾ, ਅੰਮ੍ਰਿਤਸਰ ਅਤੇ ਖੰਨਾ 3 ਸ਼ਹਿਰ ਆਉਂਦੇ ਨੇ 32 'ਚ। 32 ਸ਼ਹਿਰਾਂ 'ਚੋਂ 3 ਆਉਂਦੇ ਨੇ ਸਾਡੇ, ਅਤੇ ਗਾਲਾਂ ਸਾਰੀਆਂ ਸਾਨੂੰ ਨੇ। ਇਹ ਬਰਦਾਸ਼ਤ ਨਹੀਂ ਹੋਊਗਾ। ਜਿਹੜੀ BJP ਹੈ ਉਹ ਐਂਟੀ ਕਿਸਾਨ ਹੈ। ਪਹਿਲੇ ਦਿਨੋਂ ਐਂਟੀ ਕਿਸਾਨ ਕਾਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ। ਕਾਨੂੰਨ ਤਾਂ ਨਹੀਂ ਬਣੇ, ਪਰ ਉਹ ਕਿਸੇ ਹੋਰ ਤਰੀਕੇ ਨਾਲ ਕਿਸਾਨਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਬਹੁਤ ਜਾਗਰੂਕ ਨੇ। ਉਹ ਨਹੀਂ ਚਾਹੁੰਦੇ ਧੂਆਂ ਉੱਠੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਸਾਡੇ ਗੁਰੂਆਂ ਦੀ ਬਾਣੀ 'ਚ ਲਿਖਿਆ ਹੋਇਆ ਹੈ। ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣਾ ਚਾਹੁੰਦੇ ਹਾਂ। ਤਾਂ ਸੁਣਿਆ ਤੁਸੀਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਪ੍ਰਤੀ ਆਪਣਾ ਦਰਦ ਬਿਆਨ ਕਰ ਰਹੇ ਨੇ। ਸੋ ਇਸ ਗੱਲ ਦੇ ਵਿੱਚ ਵੀ ਕੋਈ ਦੁਹਰਾਈ ਨਹੀਂ ਹੈਗੀ। ਪੰਜਾਬ ਦਾ ਜਿਹੜਾ ਕਿਸਾਨ ਹੈਗਾ ਉਹ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਹੈਗਾ। ਦੇਸ਼ ਦੇ ਭੰਡਾਰ ਭਰੇ ਨੇ ਇਸ ਕਿਸਾਨ ਨੇ। ਸੋ ਪਰਾਲੀ ਦਾ ਮੁੱਦਾ ਹੈਗਾ, ਪੰਜਾਬ ਨੂੰ ਫਿਰ ਤੋਂ ਟਾਰਗੇਟ ਕੀਤਾ ਜਾ ਰਿਹਾ। ਇਹ ਸ਼ੁਰੂਆਤ ਇਸ ਵਾਰ ਕਿੱਥੋਂ ਹੋਈ ਸੀਗੀ? ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਆਓ ਸੁਣ ਲੈਂਦੇ ਹਾਂ ਉਹਨਾਂ ਦਾ भी बयान। पंजाब ਦੇ ਬਾਰੇ ਉਹਨਾਂ ਨੇ ਕੀ ਕੁਝ ਕਿਹਾ ਹੈਗਾ। पिछले 2-3 वर्ष से
एक बहुत बड़ा गंभीर विषय बना हुआ है। एनजीटी ने भी बहुत बड़े संज्ञान लिए हैं और इसमें हमारे यहाँ चूंकि धान पर्याप्त मात्रा में होता है, तो उस धान के जो पराली के जलाने का एक बना हुआ सिस्टम जो किसान जलाते रहे हैं। हमने बहुत जागरूकता पैदा की, हमने थोड़ा कठोरता भी बरती, फिर भी अभी एकदम मैं कहूं कि उसको शून्य हम ले पाए हैं, शून्य कर पाए हैं जलाने को, ऐसा नहीं है। लेकिन अगर हम पंजाब के साथ तुलना करते हैं तो पंजाब का हम 10% भी हम उसमें नहीं है, 10% के आसपास है। हमारे यहाँ पराली की जलाने की घटनाएं बहुत कम हो गई हैं। जो 2561 थी पिछले वर्ष, वो इस वर्ष में 1925, लगभग 25% की कमी आई है। जबकि पंजाब में 1925 हमारी है, उनके यहाँ 13,873 है। तो इतना अंतर है। तो इस प्रदूषण को दूर करने के लिए हमने बहुत से प्रबंध किए हैं। किसानों को जो मशीनें उपलब्ध कराई गई हैं कि वो उसकी बेल बना करके बिक्री के लिए, और बहुत उपयोग होने लग गया, कमर्शियल इसका यूज होने लग गया है। खास करके बिजली पैदा करने में इसका उपयोग होने लग गया है। ब्रिकेट्स बनाते हैं, वो ब्रिकेट्स उद्योग में भी काम आएंगी। वो ब्रिकेट्स हमारे जो थर्मल पावर हाउस है उसके अंदर भी ब्रिकेट्स का, कोयले की जगह उसका उपयोग करेंगे। तो ऐसी चीजें हम शुरू कर रहे हैं और किसान को प्रोत्साहन 1,000 रुपया प्रति एकड़ उसको प्रोत्साहन दिया जाता है। अभी आप जलाएंगे नहीं, जो जलाएगा उसको नहीं मिलेगा, नहीं जलाएंगे तो उसको 1,000 रुपये प्रति एकड़, 2 टन 1 एकड़ में हो जाता है, यानी 500 रुपया टन उसको लाभ ये मिलता है। जो खरीदार हैं, खरीदते हैं, उनको भी कुछ संस्थाएं ऐसी हैं जो अप्लाई करने लगी उस राशि को 500 रुपया टन के हिसाब से उनको भी देते हैं, अर्थात 1,000 रुपया टन तो पहले ही देते हैं। और बाकी और पैसा जो किसान को जो उपभोग कर रहा है उससे भी मिलता है। तो ऐसा किसान को लगभग अब ये 1,800-2,000 रुपए की कीमत उसको 1 एकड़ की ये मिलने लग गई है। एक हमने कमेटी बनाई है, पिछले दिनों मैंने कहा था कि हम कोई उसका एक एमएसपी घोषित कर दें पराली का, तो उसके ऊपर रिकमेंडेशन देंगे ताकि उसके जो एमएसपी होगा, जिनको पराली चाहिए कम से कम उस रेट पर वो खरीदे। ਤਾਂ ਸੁਣਿਆ ਤੁਸੀਂ ਹਰਿਆਣਾ ਦੇ ਸੀਐਮ ਕੀ ਕੁਝ ਕਹਿ ਰਹੇ ਨੇ। ਪੰਜਾਬ ਨੂੰ ਸਿੱਧਾ ਟਾਰਗੇਟ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਪੱਖ ਜਿਹੜੇ ਰੱਖੇ ਗਏ ਸੀਗੇ ਹਰਿਆਣਾ ਦੇ ਖਿਲਾਫ ਤੇ ਕੇਂਦਰ ਸਰਕਾਰ ਦੇ ਖਿਲਾਫ। ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਵੀ, ਵਾਤਾਵਰਣ ਮੰਤਰੀ ਨੇ, ਉਹਨਾਂ ਨੇ ਵੀ ਕੇਂਦਰ ਤੇ ਨਿਸ਼ਾਨਾ ਸਾਧਿਆ ਹੈਗਾ। ਤੇ ਇਸ ਤੋਂ ਪਹਿਲਾਂ ਜਿਹੜੇ ਅੱਜ ਦੀ ਡਿਬੇਟ ਦੇ ਵਿੱਚ ਜਿਹੜੇ ਸਾਡੇ ਪੈਨਲ ਦੇ ਮਹਿਮਾਨ ਹੈਗੇ ਨੇ ਉਹਨਾਂ ਦਾ ਸਵਾਗਤ ਕਰੀਏ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੱਖ ਜਾਣ ਲੈਂਦੇ ਆ। ਸੀਨੀਅਰ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਖੱਟਰ ਸਾਹਿਬ ਦੇ ਇਸ ਬਿਆਨ ਤੇ ਕੀ ਪ੍ਰਤੀਕਰਮ ਜ਼ਾਹਰ ਕਰ ਰਹੇ ਨੇ ਉਹ ਵੀ ਦੇਖ ਲੈਂਦੇ ਆ। ਦਿੱਲੀ ਦੇ ਪ੍ਰਦੂਸ਼ਣ ਲਈ ਮਾਨਯੋਗ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਪਰਾਲੀ ਸਾੜਨ ਦਾ ਇਲਜ਼ਾਮ ਲਾਉਣਾ, ਮੈਂ ਸਮਝਦਾ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਵੀ ਆ ਤੇ ਕੇਜਰੀਵਾਲ ਸਾਹਿਬ ਦੇ ਰਾਹ ਤੇ ਚੱਲਣ ਵਾਲੀ ਗੱਲ ਆ। ਕੇਜਰੀਵਾਲ ਸਾਹਿਬ ਤੇ ਖੱਟਰ ਸਾਹਿਬ ਦੀ ਜੋੜੀ ਜਿਸ ਤਰ੍ਹਾਂ ਪੰਜਾਬ ਨੂੰ ਭੰਡਣ ਲੱਗੇ ਹੋਏ ਨੇ, ਉਹ ਪੰਜਾਬ ਜਿਹਨੇ ਦੇਸ਼ ਦੀ ਭੁੱਖਮਰੀ ਸਮੇਂ ਦੇਸ਼ ਦਾ ਢਿੱਡ ਭਰਿਆ, ਜਿਹਨੇ ਹਿੰਦੁਸਤਾਨ ਨੂੰ ਆਤਮ ਨਿਰਭਰ ਖੁਰਾਕ ਦੇ ਵਿੱਚ ਬਣਾਇਆ, ਅੱਜ ਉਸ ਪੰਜਾਬ ਨੂੰ ਤਾਨੇ ਮਿਹਣੇ ਪਰਾਲੀ ਸਾੜਨ ਤੇ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਲਈ ਦੋਸ਼ੀ ਠਹਿਰਾਉਣਾ ਕਿਸੇ ਤਰ੍ਹਾਂ ਵੀ ਇੱਕ ਗਵਾਂਢੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਜਾਇਜ਼ ਨਹੀਂ ਹੈ। ਮੁੱਖ ਮੰਤਰੀ ਸਾਹਿਬ, ਹਰਿਆਣਾ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਦਾ ਧੂਆਂ ਹਰਿਆਣੇ ਤੋਂ ਉੱਪਰੋਂ ਦੀ ਉੱਡ ਕੇ ਆਉਂਦਾ ਤੇ ਹਰਿਆਣੇ ਦਾ ਧੂਆਂ ਕਿੱਧਰ ਨੂੰ ਜਾਂਦਾ? ਤੇ ਹਰਿਆਣੇ ਦੇ ਧੂਏ ਨੂੰ ਤਾਂ ਦੋਸ਼ੀ ਨਹੀਂ ਠਹਿਰਾ ਰਹੇ ਤੇ ਪਾਕਿਸਤਾਨ ਦੇ ਧੂਏ ਨੂੰ ਦੋਸ਼ੀ ਨਹੀਂ ਠਹਿਰਾ ਰਹੇ, ਤੇ ਪੰਜਾਬ ਦੇ ਧੂਏ ਤੇ ਹੀ ਇਤਰਾਜ਼ ਕਿਉਂ ਆ? ਇਹ ਇੱਕ ਪੰਜਾਬ ਪ੍ਰਤੀ ਮੈਂ ਸਮਝਦਾ ਜਿਹੜੀ ਦਵੈਤ ਦੀ ਭਾਵਨਾ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ, ਜਿਹੜੀ ਸਰਾਸਰ ਗਲਤ ਆ। ਬਲਕਿ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਵੀ, ਕੇਜਰੀਵਾਲ ਸਾਹਿਬ ਵੱਲੋਂ ਵੀ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਰਲ ਕੇ ਪਰਾਲੀ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਔਰ ਕਿਸਾਨਾਂ ਨੂੰ ਜੋ ਆਲਟਰਨੇਟਿਵ ਅਰੇਂਜਮੈਂਟ ਸਬਸਿਡੀ ਦੇ ਤੌਰ ਤੇ ਕਿਸਾਨਾਂ ਨੂੰ ਕੋਈ ਨਾ ਕੋਈ ਮਦਦ ਦੇ ਤੌਰ ਤੇ ਕਰਨੀ ਚਾਹੀਦੀ ਹੈ, ਤਾਂ ਕਿ ਕਿਸਾਨ ਜਿਹੜਾ ਹੈ ਉਹਦੇ ਆਰਥਿਕ ਤੌਰ ਤੇ ਬੋਝ ਨਾ ਪਵੇ ਤੇ ਪਰਾਲੀ ਦੀ ਵਰਤੋਂ ਵੀ ਠੀਕ ਹੋ ਸਕੇ, ਜਾਂ ਫਿਰ ਨਵੀਂ ਟੈਕਨੋਲੋਜੀ ਅਨੁਸਾਰ। ਤਾਂ ਸੁਣਿਆ ਤੁਸੀਂ ਕਿਸ ਤਰੀਕੇ ਨਾਲ ਪਰਾਲੀ ਦਾ ਸੇਕ ਹੈ ਜਿਹੜਾ ਪੰਜਾਬ ਦੀ, ਹਰਿਆਣੇ ਦੀ, ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੇਕ ਪਹੁੰਚਾ ਰਿਹਾ ਹੈ।
ਸੋ ਅੱਜ ਦੀ ਡਿਬੇਟ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਜਿਹੜੇ ਅੱਜ ਜੁੜੇ ਹੋਏ ਨੇ। ਅੱਗੇ ਅਸੀਂ ਡਿਬੇਟ ਦੇ ਵਿੱਚ ਉਹਨਾਂ ਕਿਸਾਨ ਆਗੂਆਂ ਨੂੰ ਲੈ ਕੇ ਆਉਂਦੇ ਹਾਂ ਜਿਹੜੇ ਪਰਾਲੀ ਦੇ ਹੱਕ ਵਿੱਚ, ਪਰਾਲੀ ਨੂੰ ਸਾੜਨ ਦੇ ਹੱਕ ਦੇ ਵਿੱਚ ਆਪਣਾ ਬਿਆਨ ਦਿੰਦੇ ਨੇ। ਅੱਜ ਅਸੀਂ ਉਸ ਕਿਸਾਨ ਆਗੂ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੇ ਇੱਕ ਵੱਡੀ ਸ਼ੁਰੂਆਤ ਕੀਤੀ ਸੀ ਭਾਰਤ ਭਰ ਦੇ ਵਿੱਚ। ਪਹਿਲੇ ਉਹ ਕਿਸਾਨ ਸੀ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣਾ ਬੰਦ ਕੀਤਾ ਸੀ। ਸੁਰਜੀਤ ਸਿੰਘ ਸਾਧੂਗੜ੍ਹ ਦੀ ਮੈਂ ਗੱਲ ਕਰ ਰਿਹਾ। ਅਗਾਂਹਵਧੂ ਕਿਸਾਨ ਨੇ ਸਵਾਗਤ ਕਰਦੇ ਹਾਂ ਤੁਹਾਡਾ ਇਸ ਮੰਚ ਤੇ ਦੂਜੇ ਨੰਬਰ ਤੇ ਜੇ ਅਸੀਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਯੂਥ ਕਾਂਗਰਸ ਦੇ ਜਿਹੜੇ ਬੁਲਾਰੇ, ਸੀਨੀਅਰ ਬੁਲਾਰੇ ਹੈਗੇ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਬਰਿੰਦਰ ਸਿੰਘ ਭੰਗੂ ਵੀ ਇਸ ਪੈਨਲ ਤੇ ਸਾਡੇ ਨਾਲ ਅੱਜ ਇਸ ਡਿਬੇਟ ਦੇ ਵਿੱਚ ਹਿੱਸਾ ਰਹਿਣਗੇ। ਤੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਇੰਦਰਜੀਤ ਸਿੰਘ ਸੰਧੂ ਬੁਲਾਰੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ, ਉਹ ਇਸ ਪੈਨਲ ਦਾ ਹਿੱਸਾ ਰਹਿਣਗੇ। ਤੇ ਹਰਿਆਣਾ ਨੂੰ ਵੀ ਅੱਜ ਅਸੀਂ ਇਸ ਡਿਬੇਟ ਦੇ ਵਿੱਚ ਸ਼ਾਮਲ ਕੀਤਾ ਹੈਗਾ। ਹਰਿਆਣਾ ਤੋਂ ਜਿਹੜੇ ਬੀਜੇਪੀ ਦੇ ਸੀਨੀਅਰ ਆਗੂ ਹੈਗੇ ਨੇ ਪ੍ਰੋਫੈਸਰ ਵਰਿੰਦਰ ਚੌਹਾਨ, ਸੋ ਸਾਰੇ ਜਿਹੜੇ ਆਗੂ ਹੈਗੇ ਨੇ ਸਵਾਗਤ ਕਰਦੇ ਆ ਇਸ ਮੰਚ ਤੇ। ਸੋ ਇਹਨਾਂ ਆਗੂਆਂ ਦੇ ਵਿੱਚੋਂ ਸਭ ਤੋਂ ਪਹਿਲਾ ਸਵਾਲ ਮੇਰਾ ਸੁਰਜੀਤ ਸਿੰਘ ਸਾਧੂਗੜ੍ਹ ਜਿਹੜੇ ਅਗਾਂਹਵਧੂ ਕਿਸਾਨ ਨੇ, ਉਹਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ। ਸੋ ਝੋਨੇ ਦੀ ਜਿਹੜੀ ਬਿਜਾਈ ਹੈਗੀ ਆ ਉਹ ਵੀ ਬਿਨਾਂ ਪਾਣੀ ਤੋਂ ਕਰਦੇ ਨੇ। ਸੋ ਪਰਾਲੀ ਨੂੰ ਕਦੇ ਇਹਨਾਂ ਨੇ ਅੱਗ ਨਹੀਂ ਲਗਾਈ, ਪਰੰਤੂ ਫਿਰ ਵੀ ਜਿਹੜਾ ਬਿਨਾਂ ਪਾਣੀ ਤੋਂ ਵੀ ਝਾੜ ਹੈ ਜਿਹੜਾ ਬਹੁਤ ਜ਼ਿਆਦਾ, ਇਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਸਭ ਤੋਂ ਵੱਧ ਝਾੜ ਇਹਨਾਂ ਦੀ ਖੇਤਾਂ ਦੀ ਫਸਲ ਦੇ ਵਿੱਚ ਹੁੰਦਾ। ਸਾਧੂਗੜ੍ਹ ਜੀ ਕੀ ਕਹੋਗੇ ਤੁਸੀਂ? ਪਰਾਲੀ ਦਾ ਮੁੱਦਾ ਫੇਰ ਗਰਮਾ ਰਿਹਾ, ਸਿਆਸਤ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ, ਹਰਿਆਣੇ ਦੇ ਵਿੱਚ ਨਹੀਂ, ਦਿੱਲੀ ਤੱਕ ਸੇਕ ਜਾ ਰਿਹਾ, ਕੀ ਕਹੋਗੇ ਸਾਧੂਗੜ੍ਹ ਜੀ? ਜਿਹੜਾ ਖੇਤੀ ਦਾ ਇਨਸਾਨੀਅਤ ਦਾ ਇੱਕ ਥੋੜਾ ਵਾਤਾਵਰਨ ਤੋਂ ਬਿਨਾਂ ਫਸਲਾਂ ਸਬਜ਼ੀਆਂ ਔਰ ਇਨਸਾਨ ਦਾ ਜੀਵਨ ਹੈ ਜਿਹੜਾ ਉਹ ਖਤਰੇ 'ਚ ਹੈ। ਇਸ ਕਰਕੇ ਵਾਤਾਵਰਨ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਹੀ ਫਰਜ਼ ਹੁੰਦਾ ਹੈ। ਜੇ ਸਾਡੀ ਨੀਅਤ ਦੇ ਵਿੱਚ ਆ ਜਾਵੇ ਕਿ ਅਸੀਂ ਇਹ ਹਵਾ ਨੂੰ ਜਿਹਦੇ ਨਾਲ ਅਸੀਂ ਜਿਉਂਦੇ ਹਾਂ ਸਾਫ਼ ਰੱਖਣਾ ਹੈ, ਤਾਂ ਅੱਧਾ ਕੰਮ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਸਾਡੀ ਨੀਅਤ ਸਾਫ਼ ਹੋ ਕੇ ਅਸੀਂ ਲੱਗ ਜਾਂਦੇ ਹਾਂ। ਸੋ ਮੈਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ 2001 ਦੇ ਵਿੱਚ ਅੱਗ ਲਾਉਣ ਦੀ ਮੰਗ ਕੀਤੀ ਸੀ 50 ਕਿੱਲੇ ਤੇ, ਔਰ ਅੱਜ ਤੱਕ ਕਦੀ ਅੱਗ ਨਹੀਂ ਲਾਈ। ਔਰ ਪਾਣੀ ਵੀ ਬਚਾਇਆ, ਫੁਆਰਾ ਸਿਸਟਮ ਨਾਲ ਖੇਤੀ ਕੀਤੀ ਹੈ, ਵੱਟਾਂ ਵੀ ਝੋਨਾ ਲਾਇਆ। ਸੋ ਵਾਤਾਵਰਨ ਜਿਹੜਾ, ਵਾਤਾਵਰਨ ਦੇ ਨਾਲ ਸਾਰਾ ਜਿਹੜੀਆਂ ਸਾਡੀਆਂ ਫਲ ਹੈ, ਸਬਜ਼ੀਆਂ ਹੈ, ਤੇ ਜੇ ਸਾਡਾ ਟੈਂਪਰੇਚਰ ਹੀ ਵੱਧ ਗਿਆ, ਸਾਡੇ ਗਲੇਸ਼ੀਅਰ ਕੱਲ੍ਹ ਨੂੰ ਪਿਘਲ ਕੇ ਥੱਲੇ ਆ ਗਏ, ਕਿ ਜਿਹੜੇ ਨਦੀਆਂ ਨਾਲੇ ਨੇ ਇਹ ਵੀ ਸਾਡੇ ਬਰਬਾਦ ਹੋ ਜਾਣਗੇ। ਸੋ ਟੈਂਪਰੇਚਰ ਵਧਣ ਦੇ ਨਾਲ ਪਿਛਲੀ ਵਾਰ ਵੀ ਸਾਡੀ ਕਣਕ ਹੈ ਜਿਹੜੀ ਬਹੁਤ ਘੱਟ ਨਿਕਲੀ ਹੈ। ਅਗਰ ਟੈਂਪਰੇਚਰ ਘੱਟ ਰਹੀ ਮਾਰਚ ਅਪ੍ਰੈਲ ਦੇ ਵਿੱਚ ਤਾਂ ਕਣਕ ਦਾ ਝਾੜ ਆਟੋਮੈਟਿਕਲੀ ਵੱਧ ਜਾਂਦਾ ਹੈ। ਸੋ ਅਗਰ ਵਾਤਾਵਰਨ ਨੂੰ ਸੰਭਾਲਾਂਗੇ ਤਾਂ ਸਾਡੀ ਆਮਦਨ ਵਧੇਗੀ ਔਰ ਜਿਹੜੇ ਸਾਡੇ ਮਿੱਤਰ ਕੀੜੇ ਨੇ ਉਹ ਪੈਦਾ ਹੋਣਗੇ। ਪਰਾਲੀ ਨੂੰ ਵਿੱਚ ਲਾਉਣ ਦੇ ਨਾਲ ਜ਼ਮੀਨ ਉਪਜਾਊ ਹੁੰਦੀ ਹੈ, ਕਾਫੀ ਸਾਰੇ ਤੱਤ ਜਿਹੜੇ ਫਸਲ ਨੂੰ ਲੋੜੀਂਦੇ ਨੇ ਉਹ ਦੁਬਾਰਾ ਵਿਕਸਿਤ ਹੋ ਜਾਂਦੇ ਨੇ। ਅੱਗ ਲੱਗਣ ਦੇ ਨਾਲ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਤੇ ਮਿੱਤਰ ਕੀੜੇ ਵੀ ਸੜਦੇ ਨੇ। ਉਹ ਬਹੁਤ ਹੀ ਜ਼ਰੂਰੀ ਹੈ, ਸਾਡਾ ਆਪਣਾ ਫਰਜ਼ ਬਣਦਾ ਹੈ ਅਸੀਂ ਕਿੰਤੂ ਪ੍ਰੰਤੂ ਨਾ ਕਰਕੇ ਸਰਕਾਰਾਂ ਦੀ ਲੋਚਨਾ ਤੇ ਨਾ ਲੱਗੀ ਰਹੀਏ। ਆਪਣਾ ਫਰਜ਼ ਸਮਝਦੇ ਹੋਏ ਸਾਰੇ ਪਰਾਲੀ ਨੂੰ ਕੀ ਫਸਲਾਂ ਦੀ ਹਰੇਕ ਹੀ ਰਹਿਣ ਜਿਹੜੀ ਵੀ ਹੈ ਉਹਨੂੰ ਖੇਤਾਂ ਦੇ ਵਿੱਚ ਮਗਾਈਏ ਤਾਂ ਕਿ ਸਾਡੀ ਜਿਹੜੀ ਜ਼ਮੀਨ ਹੈ ਉਹਦੀ ਸ਼ਕਤੀ ਹੈ, ਉਪਜਾਊ ਸ਼ਕਤੀ ਘਟ ਰਹੀ ਹੈ, ਉਹਨੂੰ ਬਰਕਰਾਰ ਰੱਖੀਏ ਤਾਂ ਹੀ ਸਾਡੀ ਜ਼ਮੀਨ ਉਪਜਾਊ ਹੋਊਗੀ ਔਰ ਵੱਧ ਝਾੜ ਦਊਗੀ ਸਾਡੀ ਆਮਦਨ। ਅੱਛਾ ਸੁਰਜੀਤ ਜੀ, ਮੇਰਾ ਇੱਕ ਸਵਾਲ ਹੈਗਾ ਤੁਹਾਨੂੰ। ਇਸ ਤੋਂ ਪਹਿਲਾਂ ਮੈਂ ਸਵਾਲ ਕਰਾਂ, ਸਾਰੇ ਜਿੰਨੇ ਵੀ ਸਾਡੇ ਮਹਿਮਾਨ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਅਪੀਲ ਹੈਗੀ ਹੈ, ਜਦੋਂ ਇੱਕ ਗੈਸਟ ਜਵਾਬ ਦੇ ਰਿਹਾ ਹੁੰਦਾ ਹੈ, ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੁੰਦਾ ਹੈ, ਤਾਂ ਤੁਸੀਂ ਪਲੀਜ਼ ਮਿਊਟ ਕਰ ਲਿਆ ਕਰੋ। ਜਦੋਂ ਤੁਹਾਡੇ ਕੋਲ ਸਵਾਲ ਆਏਗਾ ਤਾਂ ਤੁਸੀਂ ਅਨਮਿਊਟ ਕਰ ਲਿਆ ਕਰੋ। ਸੋ ਪ੍ਰੋਫੈਸਰ ਵਰਿੰਦਰ ਚੌਹਾਨ ਜਿਹੜੇ ਬੀਜੇਪੀ ਦੇ ਸੀਨੀਅਰ ਆਗੂ ਹੈਗੇ ਨੇ, ਹਰਿਆਣਾ ਤੋਂ ਹੈਗੇ ਨੇ, ਸੋ ਸਾਰੀਆਂ ਤੁਸੀਂ ਬਾਈਟਾਂ ਸੁਣੀਆਂ। ਖੱਟਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀਗਾ, ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਨੇ, ਉਹਨਾਂ ਨੇ ਤਿੱਖਾ ਵਾਰ ਜਿਹੜਾ ਹਰਿਆਣੇ ਤੇ ਵੀ ਕੀਤਾ, ਕੇਂਦਰ ਸਰਕਾਰ ਤੇ ਵੀ ਕੀਤਾ। ਹਰਿਆਣਾ ਦੇ ਵਿੱਚ ਵੀ ਕੇਂਦਰ ਸਰਕਾਰ ਦੇ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਹੈਗੀ ਆ। ਸੋ ਉਸ ਬਿਆਨ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੈਗੇ ਹੋ प्रोफेसर साहब? देखिए, एक तो आपका नाम मुझे पता नहीं चला, एंकर महोदय अपना नाम बता दीजिए। अरुण आहूजा मेरा नाम है जी। जी, अरुण आहूजा नाम है जी मेरा। हाँ आहूजा जी, सबसे पहली बात तो ये
कि पराली जब जलाई जाएगी, जब जहरीली होगी हवाएं, तो वो हरियाणा और पंजाब में फर्क नहीं करेंगी। जब कोई किसान मजबूरी में अज्ञानतावश या जानबूझ के पराली जलाएगा, तो उसमें से निकलने वाली खतरनाक गैसें वो सबसे पहले जलाने वाले किसान का जो फेफड़ा है उसको खराब करेंगी, उसके शरीर का नुकसान पहुंचाएंगी, फिर उसके गांव को, उसके पिंड को खराब करेंगी, फिर जाके कहीं हरियाणा की पंजाब को या पंजाब का नुकसान हरियाणा को होगा। इसी तरह जब पर्यावरण प्रदूषित होगा तो वो हरियाणा और पंजाब का बॉर्डर नहीं जानता। बॉर्डर तो हमने हरियाणा और पंजाब का एडमिनिस्ट्रेटिव कारणों से बनाया हुआ है, वरना पंजाब और हरियाणा 1966 के 1 नवंबर तक एक ही थे। और हम पंजाब का किसान हरियाणा का किसान नहीं कहते थे, हम सब पंजाब के किसान कहलाते थे। एक तो ये बात समझने की जरूरत है। हरियाणा के मुख्यमंत्री ने अगर ये कहा कि हमारे यहाँ पराली जलाने की घटनाएं कम हो रही हैं और पंजाब में हमसे ज्यादा और 10 गुना हो रही हैं, तो उसके पीछे पंजाब को टारगेट करना या पंजाब के किसान को टारगेट करना नहीं था। केवल उन्होंने बताया कि हम तुम्हारे जैसे हैं, तुम हमारे जैसे हो, लेकिन तुम पराली जलाने वाले लोगों को, किसानों को या तो समझा नहीं पा रहे या उनकी मदद नहीं कर पा रहे। इस कारण से पंजाब में पराली जलाने की घटनाएं ज्यादा हो रही हैं। मुझे आहूजा जी, मुझे सचमुच आपने भी बोला कि पंजाब नू टारगेट किया जा रहा है। मैं दसना चाहना तुहानू कि पंजाब नू टारगेट करन दा किसी दा कोई इरादा नहीं हैगा। जे पंजाब च नशा वधदा है ते जे कोई कहंदा है कि पंजाब च नशा बढ़ रहा है। अच्छा वरिंदर जी, एक ਇਹਦੇ ਵਿੱਚ ਮੇਰਾ ਇੱਕ ਸਵਾਲ ਹੈ, ਮੈਂ ਵਿੱਚ ਟੋਕਣਾ ਚਾਹਾਂਗਾ। ਵਰਿੰਦਰ ਜੀ, ਇੱਕ ਛੋਟਾ ਜਿਹਾ ਮੇਰਾ ਸਵਾਲ ਹੈਗਾ। ਤੁਸੀਂ ਦਾ ਮਤਲਬ ਇਹ ਨਹੀਂ ਅਸੀਂ ਪੰਜਾਬ ਨੂੰ ਟਾਰਗੇਟ ਕਰ ਰਹੇ ਹਾਂ। ਜੀ ਵਰਿੰਦਰ ਜੀ, ਇੱਕ ਛੋਟਾ ਜਿਹਾ ਸਵਾਲ ਹੈ ਪੰਜਾਬ ਦੇ। ਵਰਿੰਦਰ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ? बीमारी ਦਾ इलाज ਲੱਭੋ, समाधान करो ना। वरिंदर जी, ये कौन सी राजनीति शुरू कर दी? ये कौन सा नैरेटिव है मित्र मेरे हो? ये कौन सा नैरेटिव है कि पंजाब ਨੂੰ पंजाब ਦੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਅੱਛਾ ਵਰਿੰਦਰ ਜੀ, ਹੁਣ ਮੇਰਾ ਸਵਾਲ ਹੈਗਾ ਤੁਹਾਨੂੰ ਇੱਕ। ਮੇਰਾ ਸਵਾਲ ਹੈਗਾ, ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹ ਚੈਲੰਜ ਕਰ ਰਹੇ ਨੇ ਹਰਿਆਣਾ ਸਰਕਾਰ ਨੂੰ, ਤੁਸੀਂ ਆਪਣੇ ਮੰਤਰੀ ਭੇਜੋ, ਅਸੀਂ ਹਰਿਆਣੇ ਦਾ ਦੌਰਾ ਕਰਾਂਗੇ ਉਹਨਾਂ ਦੇ ਨਾਲ ਤੇ ਅਸੀਂ ਪੰਜਾਬ ਦਾ ਦੌਰਾ ਕਰਾਵਾਂਗੇ, ਦੇਖ ਲੈਣੇ ਆ ਕਿੱਥੋਂ ਪੋਲਿਊਸ਼ਨ ਸਭ ਤੋਂ ਵੱਧ ਹੈ, ਕਿੱਥੇ ਜ਼ਿਆਦਾ ਮਾਮਲੇ ਪਰਾਲੀ ਸਾੜਨ ਦੇ ਪਾਏ ਜਾ ਰਹੇ ਨੇ। ਸੋ ਉਹਦੇ ਤੇ ਤੁਹਾਡਾ ਕੀ ਜਵਾਬ ਹੈ ਜੀ? से कहीं भागते नहीं, लेकिन आप अच्छे से जानते हैं कि पंजाब में इन दिनों जिस पार्टी की सरकार है, उस सरकार के पंजाब के मुखिया हों, उनके प्रवक्ता हों, उनके नेता हों या इनके जो सुप्रीम कमांडर हैं अरविंद केजरीवाल, वो बंदा, उसका जन्म तो हमारे प्रदेश में हुआ है, लेकिन अरविंद केजरीवाल और उनकी पार्टी से ज्यादा झूठा प्रोपेगेंडा करने वाला आपको कहीं कोई नहीं मिलेगा। अरविंद केजरीवाल ने अपने बच्चों की कसम टेलीविजन पे खा के और पलटी मार ली थी, गुचकी मार ली थी, तो इनकी बातें भरोसे लायक नहीं है। बताइए, ये हमारा दौरा करके क्या निकालेंगे? इनको करना क्या चाहिए आहूजा जी कि आने वाले 10-15 दिन, जैसा आप भी कह रहे हैं कि नाजुक हैं, अगले 10 दिन 15 दिन पंजाब के जमींदारों को, किसानों को मदद दें, जैसे हमने दी है। ये मदद करें, उनको मनाएं, उनको समझाएं, और जो ना माने उसके खिलाफ कार्रवाई करें। प्रदूषण रुक जाएगा, पराली जलना कम हो जाएगी। बजाय जमीन पे काम करने के हवा में तीर छोड़ रहे हैं और ये कह रहे हैं कि हम तुम्हारे यहाँ दौरा करने आएंगे। क्या करोगे भाई हमारे यहाँ आके? आप बताओ। आप पंजाब के कृषि मंत्री, पंजाब के मुख्यमंत्री, पंजाब के एमएलए अपना क्षेत्र संभाल लें, बाकी सब ठीक हो जाएगा। मेरे पास तो रिपोर्ट ये है, मीडिया रिपोर्ट है कि पंजाब के मुख्यमंत्री भगवंत सिंह मान के गृह जिले मोगा में सबसे ज्यादा घटनाएं हो रही हैं, और मैं हरियाणा के मुख्यमंत्री मनोहर जी के गृह जिले करनाल में, करनाल के गांव में बैठा हूं। मैंने गांव के लोगों से अभी पूछा है, गांव, आपको लग रहा होगा ना मैं गांव की बैठक में बैठा हूं, मैंने गांव के लोगों से पूछा है, गांव के लोग राजी राजी बता रहे हैं कि हमारे यहाँ इस गांव में, मैं पोपड़ा गांव में हूं,
ये कहते हैं हमने पराली जलानी बंद कर दी ਦੇ ਬਾਅਦ ਦੇ ਵਿੱਚ अगर ਤੁਸੀਂ ये कर ਜਿਹੜਾ सकते हैं, ਤੁਸੀਂ तो ਜਿਹੜਾ भूखे वाले ਮੋਗਾ क्यों नहीं कर सकते? ਜੀ ਤੁਸੀਂ ਜਿਹੜਾ ਮੋਗਾ ਦੀ ਗੱਲ ਕਹੀ ਹੈ, ਮੁੱਖ ਮੰਤਰੀ ਦਾ ਜਿਹੜਾ ਤੁਸੀਂ ਜੱਦੀ ਇਲਾਕਾ ਦੱਸਿਆ ਹੈਗਾ, ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹਾਂਗਾ। ਸੰਗਰੂਰ ਇਲਾਕਾ ਹੈਗਾ ਤੇ ਇਸ ਗੱਲ ਦੇ ਵਿੱਚ ਵੀ ਸੁਣੋ ਮੇਰੀ ਗੱਲ ਸੁਣੋ। ਮੈਂ ਸੱਚੀ ਗੱਲ, ਅਸੀਂ ਇੰਡੀਆ ਨਿਊਜ਼ ਪੰਜਾਬ ਸੱਚੀ ਸੁੱਚੀ ਗੱਲ ਕਰਦਾ। ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਸੰਗਰੂਰ ਇਲਾਕਾ ਪਰਾਲੀ ਸਾੜਨ ਦੇ ਵਿੱਚ ਪੰਜਾਬ ਦੇ ਵਿੱਚ ਹੌਟਸਪੌਟ ਇਲਾਕਾ ਲਾਣਿਆ ਗਿਆ। ਇਹ ਗੱਲ 'ਚ ਕੋਈ ਦੁਹਰਾਈ ਨਹੀਂ ਹੈਗੀ, ਸੱਚਾਈ ਹੈਗੀ ਆ ਇਹ। ਸੋ ਆਮ ਆਦਮੀ ਪਾਰਟੀ ਦੇ ਜਿਹੜੇ ਇੰਦਰਜੀਤ ਸਿੰਘ ਸੰਧੂ ਨੇ ਸਾਡੇ ਨਾਲ, ਉਹਨਾਂ ਦੇ ਕੋਲ ਜਾਂਦੇ ਆ, ਤੁਸੀਂ ਕਿੰਨੇ ਕੁ ਸਹਿਮਤ ਹੈਗੇ ਹੋ ਬੀਜੇਪੀ ਦੇ ਆਗੂ ਨੇ ਜੋ ਕੁਝ ਕਿਹਾ ਹੈਗਾ? ਜੀ ਸੰਧੂ ਸਾਹਿਬ। देखो बहुत मंदभागी गल है। और ਜਿਹੜਾ पंजाब वर्सेस हरियाणा वर्सेस पंजाब बनाया जा रहा है, और ਇਹਦਾ ਕੋਈ ਪ੍ਰਮਾਣ ਨਹੀਂ ਹੈਗਾ ਜੀ। ਇਹ ਕੌਣ ਬਣਾ ਰਿਹਾ? ਮੈਂ ਸੰਧੂ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਪੰਜਾਬ ਵਰਸਸ ਹਰਿਆਣਾ ਇਹ ਚੀਜ਼ ਕੌਣ ਕਰ ਰਿਹਾ ਹੈ, ਕੌਣ ਬਣਾ ਰਿਹਾ ਹੈ? ਪੋਲੀਟੀਕਲ ਲੀਡਰ ਜਦੋਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ, ਮੁੱਖ ਮੰਤਰੀ ਬਿਆਨ ਦਿੰਦੇ ਨੇ ਦੋ ਸਟੇਟਾਂ ਦੇ, ਤਾਂ ਸੁਭਾਵਿਕ ਤੌਰ ਤੇ ਵਰਸਸ ਲੱਗ ਜਾਂਦਾ ਨਾਲ। ਬਿਲਕੁਲ ਬਿਲकुल मैं ਇਸੇ ਗੱਲ ਨੂੰ ਕਹਿ ਰਿਹਾ। ਸ਼੍ਰੀ ਮਨੋਹਰ ਲਾਲ ਖੱਟਰ ਜੀ ਨੇ ਜਿਹੜਾ ਬਿਆਨ ਦਿੱਤਾ ਹੈ, ਇਹਨਾਂ ਨੂੰ ਦੇਖੋ, ਜਦੋਂ ਭਾਜਪਾ ਦੀ ਸਰਕਾਰ ਹਰਿਆਣਾ ਵਿੱਚ ਹੈ, ਭਾਜਪਾ ਦੀ ਕੇਂਦਰ ਵਿੱਚ ਵੀ ਹੈ, ਔਰ ਅਸਲ ਵਿੱਚ ਤਾਂ ਲੋੜ ਇਸ ਗੱਲ ਦੀ ਸੀ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰਦੇ। ਔਰ ਜਿਵੇਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਖਿਆ ਸੀ, ਉਹਨਾਂ ਨੇ ਜਿਹੜਾ ਪਰਾਲੀ ਦੇ ਹੱਲ ਲੱਭਣ ਦੀ ਕੋਸ਼ਿਸ਼ ਤੇ ਪੂਰਾ ਜ਼ੋਰ ਦਿੱਤਾ ਸੀ। ਔਰ ਉਹਨਾਂ ਨੇ ਇੱਕ ਪ੍ਰਪੋਜ਼ਲ ਵੀ ਬਣਾਈ ਸੀ। ਦਿੱਲੀ ਦੀ ਸਟੇਟ ਗਵਰਨਮੈਂਟ ਨੇ 500 ਰੁਪਇਆ ਪਾ ਕੇ, 500 ਰੁਪਇਆ ਪੰਜਾਬ ਸਟੇਟ ਗਵਰਨਮੈਂਟ ਨੇ ਪਾ ਕੇ, ਔਰ 1500 ਰੁਪਇਆ ਕੇਂਦਰ, ਕਿਉਂਕਿ ਕੇਂਦਰ ਵੱਡਾ ਭਰਾ ਹੈ, ਉਹਨਾਂ ਦੇ ਇੱਕ ਪ੍ਰਪੋਜ਼ਲ ਬਣਾਈ ਸੀ ਕਿ ਤਿੰਨੇ ਗਵਰਨਮੈਂਟ ਆਪਸ ਵਿੱਚ ਤਾਲਮੇਲ ਕਰਕੇ 2500 ਰੁਪਇਆ ਜਿਹੜਾ ਕਿਸਾਨਾਂ ਨੂੰ ਦੇਣਗੀਆਂ। ਪਰ ਜਿਹੜਾ ਕੇਂਦਰ ਨੇ ਬਿਲਕੁਲ ਇਸ ਗੱਲ ਤੇ ਕੋਈ ਨਾ ਕਰ ਦਿੱਤੀ। ਇਸ ਕਰਕੇ ਜਿਨ੍ਹਾਂ ਦੀ ਪਾਰਟੀ ਜਿਹੜੀ ਕੇਂਦਰ ਤੇ ਸੱਤਾ ਦੇ ਉੱਪਰ ਚੱਲਦੇ ਨੇ, ਉਹ ਘੱਟ ਕੇਂਦਰ ਨੂੰ ਜਿਹੜਾ ਪੰਜਾਬ ਹਰਿਆਣਾ ਦੇ ਸਾਲਣ ਦੇ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਬਾਇਓਗੈਸ ਦੀ ਗੱਲ ਚੱਲੀ ਸੀ, ਉੱਥੇ ਵੀ ਕੋਈ ਕੋਆਪਰੇਟ ਨਹੀਂ ਕੀਤਾ। ਜੀ ਸੰਧੂ ਸਾਹਿਬ, ਅਸੀਂ ਬਰਿੰਦਰ ਭੰਗੂ ਨੇ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ ਹੈਗੇ ਨੇ, ਅੱਜ ਜੁੜੇ ਨੇ ਇਸ ਪੈਨਲ ਦੇ ਵਿੱਚ। ਸੋ ਭੰਗੂ ਸਾਹਿਬ, ਤੁਸੀਂ ਕੀ ਕਹੋਗੇ? ਤੁਹਾਡਾ ਇਲਾਕਾ ਜਿਹੜਾ ਮਾਲਵੇ ਖੇਤਰ ਦੇ ਵਿੱਚ ਆਂਦਾ ਹੈਗਾ, ਉਸ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਮੰਜ਼ਰ ਹੈਗਾ? ਕਿਸਾਨਾਂ ਵੱਲੋਂ ਕਿੰਨੇ ਕੁ ਮਾਮਲੇ ਜਿਹੜੇ ਪਾਏ ਜਾ ਰਹੇ ਨੇ ਪਰਾਲੀ ਸਾੜਨ ਦੇ? ਸਰ, ਪਹਿਲੀ ਗੱਲ ਤਾਂ ਉਹ ਜੀ ਮੈਂ ਇਹ ਗੱਲ ਕਰਾਂਗਾ ਕਿ ਜਿਹੜੇ ਕਿਸਾਨ ਨੇ ਸਾਡੇ, ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ, ਪਰ ਉਹ ਕਿਸਾਨ ਨੇ। ਸਾਡੇ ਕਿਸਾਨਾਂ ਨੇ ਪਹਿਲਾਂ ਜਿੱਦਾਂ ਅੰਦੋਲਨ ਵਿੱਚ ਭਾਈਚਾਰਕ ਸਾਂਝ ਨਿਭਾ ਕੇ ਜੋ 3 ਕਾਨੂੰਨ ਰੱਦ ਹੋਏ, ਉਹ ਦਿੱਲੀ ਪਹਿਲਾਂ ਉੱਥੇ ਕੇਂਦਰ ਸਰਕਾਰ ਨੂੰ ਹੱਥ ਦਿਖਾ ਕੇ ਆਏ, ਤੇ ਹੁਣੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਲੱਗਿਆ ਸੀ। ਸਾਡੇ ਕਿਸਾਨ ਭਰਾ ਬੈਠੇ, ਜਿੱਥੇ ਸਾਡੇ 2 ਕਿਸਾਨ ਸ਼ਹੀਦ ਹੋਏ, ਇੱਕ ਦੀ ਸੱਪ ਦੇ ਡਸਣ ਨਾਲ ਮੌਤ ਹੋਈ, ਦੂਜਾ। ਇਹ ਦੋਨੇ ਸਰਕਾਰਾਂ ਆਪਣੀਆਂ ਨਾਕਾਮੀਆਂ ਲੁਕਾਉਂਦੀਆਂ ਹੋਈਆਂ। ਇਹਨਾਂ ਨੇ ਪਰਾਲੀ ਸੰਭਾਲ ਦੇ ਯਤਨ ਨਹੀਂ ਕੀਤੇ। ਮਸ਼ੀਨਰੀਆਂ ਜਾਂ ਜਿੱਦਾਂ ਡੀਕੰਪੋਜ਼ਰ ਕਹਿੰਦਾ ਸੀ ਕੇਜਰੀਵਾਲ ਜੀ, ਅਸੀਂ ਦਿੱਲੀ ਵਿੱਚ ਛੜਕਵਾਇਆ ਜਿੱਥੇ ਪਰਾਲੀ ਦਾ 500 ਕਹਿੰਦੇ ਸੀ। ਉਹ ਮੈਂ ਤਾਂ ਕਹਿੰਦਾ ਜੇ 1000 ਰੁਪਏ ਦਾ 1 ਕਿੱਲੇ ਪਿੱਛੇ ਡੀਕੰਪੋਜ਼ਰ ਦਿੱਤਾ ਹੁੰਦਾ ਕਿਸਾਨਾਂ ਨੂੰ, ਹੱਲ ਨਹੀਂ ਨਿਕਲਿਆ ਇਹਨਾਂ ਤੋਂ ਨਾਕਾਮੀਆਂ ਛੁਪਾਉਣ ਲਈ। ਸਾਡੀ ਭਾਈਚਾਰਕ ਕਿਸਾਨਾਂ ਦੀ ਜੋ ਆਪਸੀ ਸਾਂਝ ਹੈ, ਇਹ ਸਿਆਸੀ ਲੀਡਰ ਇਹ ਭਾਈਚਾਰਕ ਸਾਂਝ ਤੋੜਨ ਦੀਆਂ ਗੱਲਾਂ ਕਰ ਰਹੇ ਨੇ ਕਿ ਕਿਸਾਨ ਇਹਨਾਂ ਦੀ ਗੱਲਾਂ ਚ ਆ ਕੇ, ਹਰਿਆਣੇ ਵਾਲੇ ਸਾਡੇ ਭਰਾ ਨੇ, ਛੋਟੇ ਭਰਾ ਨੇ। ਅਸੀਂ ਪਹਿਲਾਂ ਕੇਂਦਰ ਸਰਕਾਰ ਨੂੰ ਸਾਡੇ ਕਿਸਾਨਾਂ ਨੇ ਦਿਖਾਤਾ ਕਿ ਅਸੀਂ ਇੱਕ ਆ, ਤੇ ਹੁਣੇ ਨਵੇਂ ਹੱਥ ਦਿਖਾ ਕੇ ਆਏ ਨੇ ਸੀਐਮ ਸਾਹਿਬ ਨੂੰ ਸੰਗਰੂਰ ਵਿੱਚ। ਇਹ ਕਿਸਾਨ ਮਸ਼ੀਨਰੀ ਨਹੀਂ ਕਿਸਾਨਾਂ ਨੂੰ ਦੇ ਪਾਏ, ਡੀਕੰਪੋਜ਼ਰ ਨਹੀਂ ਦੇ ਪਾਏ, ਜਾਂ ਉਹਨਾਂ ਨੂੰ ਜੇ 500 ਕਹਿੰਦੇ ਸੀ, ਤੁਸੀਂ 1000 ਰੁਪਏ ਪੰਗੂ ਸਾਹਿਬ ਉਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣੀ ਸੀ। ਕੇਂਦਰ ਸਰਕਾਰ ਵੱਲੋਂ ਕਮੀ ਹੈਗੀ ਹੈ, ਕੇਂਦਰ ਸਰਕਾਰ ਨੇ ਸਹਿਯੋਗ ਨਹੀਂ ਕੀਤਾ ਹੈਗਾ। ਤੁਸੀਂ ਇਸ ਬਿਆਨ ਦੇ ਨਾਲ ਕਿੰਨੇ ਕੁ ਸਹਿਮਤ ਹੈਗੇ ਹੋ ਕਿ ਪੰਜਾਬ ਦਾ ਸਹਿਯੋਗ ਕੇਂਦਰ ਨਹੀਂ ਕਰ ਰਿਹਾ? 500 ਦੇਵਾਂਗੇ, ਉਹ ਵੀ ਨਹੀਂ ਦਿੱਤਾ ਗਿਆ। ਨਾ ਹੀ ਕਿਸਾਨਾਂ ਨੂੰ ਮਸ਼ੀਨਰੀ ਤੇ ਕਿਸਾਨਾਂ ਦੋਸ਼ੀ ਨਾ ਇੰਨਾ ਠਹਿਰਾਇਆ ਜਾਵੇ। ਇਹ ਸਾਡੇ ਕਿਸਾਨ ਨੇ ਕੋਈ ਅੱਤਵਾਦੀ ਨਹੀਂ ਹੈਗੇ। 4% ਪ੍ਰਦੂਸ਼ਣ ਪਰਾਲੀ ਕਾਰਨ ਹੁੰਦਾ ਤੇ ਕਿਸਾਨਾਂ ਨੂੰ ਅੱਤਵਾਦੀਆਂ ਵਾਂਗ ਦੇਖਿਆ ਜਾਂਦਾ। ਤੇ ਜਿਹੜੀ ਇੰਡਸਟਰੀਆਂ
ਸਾਡੇ ਬੁੱਢੇ ਨਾਲੇ ਗੰਦੇ ਕਰਤੇ, ਉਹ ਹਵਾ ਦਾ ਵੀ ਨੁਕਸਾਨ, ਪਾਣੀ ਦਾ ਵੀ ਨੁਕਸਾਨ, ਧਰਤੀ ਦਾ ਵੀ ਨੁਕਸਾਨ। ਉਧਰ ਧਿਆਨ ਨਹੀਂ ਦਿੰਦੇ ਕਿ ਕੱਲੇ ਕਿਸਾਨਾਂ ਨੂੰ ਇਹ ਟਾਰਗੇਟ ਕਰਿਆ ਜਾਂਦਾ ਕਿ ਇਹ ਕਿਸਾਨ ਇਹੋ ਜਿਹੇ, ਕਿਸਾਨਾਂ ਨੇ ਇੱਕਾ ਕਰਕੇ ਦਿਖਾਤਾ, ਸਾਰੀ ਸਰਕਾਰਾਂ ਨੂੰ ਦਿਖਾਤਾ ਕਿ ਅਸੀਂ ਤੁਹਾਡਾ। ਅੱਛਾ, ਥੋੜੀ ਭੰਗੂ ਸਾਹਿਬ ਇਹ ਗੱਲ ਕਿਸਾਨਾਂ ਦੀ ਸਾਂਝ ਤੋੜਨ ਲਈ ਇਹੋ ਜਿਹੀ ਬਿਆਨਬਾਜ਼ੀ ਦਿੱਤੀ ਜਾਂਦੀ ਹੈ। ਮੈਂ ਭੰਗੂ ਸਾਹਿਬ ਤੁਹਾਡੇ ਕੋਲ ਮੁੜ ਵਾਪਸ ਆਵਾਂਗਾ, ਸਮੇਂ ਦੀ ਬਹੁਤ ਘਾਟ ਹੈਗੀ ਆ। ਬੀਜੇਪੀ ਦੇ ਜਿਹੜੇ ਬੁਲਾਰੇ ਹੈਗੇ ਨੇ प्रोफेसर साहब वरिंदर चौहान जी, वो कुछ कहना चाह रहे हैं। चौहान साहब देखिए, मैं तो एक बात कहता हूं आहूजा जी कि सियासत बाद में कर लेंगे, पहले मेरी आपकी पंजाब हरियाणा दिल्ली के लोगों की सेहत पे जो आफत आई है, आइए उस आफत से लड़ते हैं जी। उस आफत से लड़ने के 2-3 तरीके जो हरियाणा ने अपनाए हैं मैं आपको बताता हूं। पहली बात, हमने अपने किसान को गांव गांव गली गली जाके टेलीविजन पे एडवर्टीजमेंट देके खेत तक पहुंच के किसान को समझाया है कि भाई जब आप पराली जलाते हो तो आप एक समस्या से भले ही छुटकारा पा लेते हो, पराली से पिंड छूट जाएगा आपका, लेकिन आप धरती को खराब कर रहे हो जिसको हम मां मानते हैं, और इसके अलावा आप अपनी सेहत पे हमला कर रहे हो। पहले हमने कन्विंस कराया। इसके बाद हमने कहा, किसान ने जब ये कहा कि आपकी बात तो सच्ची है पर हम पराली से कैसे भुगते, तो हमने किसान को कहा कि हम आपको 1000 रुपए प्रति एकड़ देंगे, और 1000 रुपए प्रति एकड़ उस किसान को भी देंगे जो पराली को, जैसे अभी हमारे एक पैनलिस्ट किसान बता रहे थे कि उन्होंने कभी जलाई नहीं, पराली को खेत में ही रड़ा देते हैं, उसको वहीं बहा के मिट्टी में खपा देते हैं ताकि मिट्टी की उपजाऊ शक्ति वो खत्म ना हो, मित्र कीट मरे नहीं। तो जो हमारे सिंह साहब की तरह करेंगे उनको भी हम 1000 रुपए का इंसेंटिव देंगे, और जो पराली के गट्ठे बना देंगे उनको बेच लेंगे, बेचने से भी उनको फायदा होगा, और गट्ठे बना के साइड में भी रख देंगे तो भी हम उनको 1000 रुपए एकड़ देंगे। हमने देना शुरू कर दिया। तीसरी बात, कुछ लोग फिर भी नहीं मानते, कुछ लोग नासमझी करते हैं या जिद करते हैं, तो हमने उन्हीं के फायदे में, जो जला रहे हैं वो अपना नुकसान कर रहे हैं, लेकिन किसी को अपना भी नुकसान करने का इजाजत नहीं दी जा सकती, तो ऐसे लोगों के खिलाफ हमने जुर्माना भी किया है, मामले भी दर्ज किए हैं। अब पंजाब के मुख्यमंत्री अपने गृह जिले संगरूर के किसानों को ना कन्विंस कर पा रहे, ना उनको इंसेंटिव दे पा रहे, और ना ही किसी के खिलाफ कार्रवाई कर रहे, तो फिर भाई साहब हालात खराब होंगे, और आने वाले 10-15 दिन में उसका जो नतीजा है वो पंजाब को भी भुगतना पड़ेगा, असर हमारे तक भी आएगा। और अरविंद केजरीवाल की जो दिल्ली है, जिस दिल्ली में वो बैठ करके ख्याली पुलाव पकाते रहते हैं, अजीबोगरीब किस्म की बातें करते रहते हैं, वो दिल्ली भी इस संकट को झेलने वाली है। आज फिर मैं दोहरा रहा हूं, आज भी भगवंत मान साहब जाग जाएं, आज भी अरविंद केजरीवाल जाग जाएं। हमने 1000 हरियाणा सरकार के खाते से दिया है ना, अब बताइए किसने भगवंत सिंह मान के हाथ पकड़े हुए हैं कि वो 1000 रुपए। अच्छा चलो, आम आदमी पार्टी के आगू ਨੂੰ ਇੱਕ ਮੇਰਾ ਸਵਾਲ ਹੈਗਾ, केजरीवाल चौहान जी कि वो 500 रुपए पंजाब इंटरप्ट कर रहे हैं, ਤੁਹਾਨੂੰ 2 मिनट ਲਈ इंटरप्ट कर रहे हैं चौहान साहब, कहे हुए को कर ले अपना 2 मिनट ਲਈ 2 मिनट कर ले, केवल जो वो कह रहे हैं वही कर ले, अपना क्या हुआ तो कर ले, केंद्र करके आप समस्या का समाधान नहीं कर सकते। इंद्रजीत संधू जी ਨੂੰ ਮੇਰਾ ਸਵਾਲ ਹੈਗਾ ਇਹਨਾਂ ਨੇ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਇਲਾਕੇ ਦੀ। ਮੁੱਖ ਮੰਤਰੀ ਸਾਹਿਬ ਪਿਛਲੀ 18 ਤਰੀਕ ਨੂੰ ਇੱਕ ਬਾਇਓਗੈਸ ਦਾ ਉਦਘਾਟਨ ਕਰਕੇ ਆਏ ਸੀ ਸੰਗਰੂਰ ਦੇ ਵਿੱਚ, ਤਾਂ ਕਿ ਆਲੇ ਦਾਲੇ ਦੇ ਜਿਹੜੇ ਪਿੰਡਾਂ ਦੀ ਹਜ਼ਾਰਾਂ ਟਨ ਜਿਹੜੀ ਪਰਾਲੀ ਹੈ ਉਸ ਜਿਹੜੀ ਉਹਦੀ ਗੈਸ ਤਿਆਰ ਕੀਤੀ ਜਾਏਗੀ, ਪਰੰਤੂ ਉਸ ਫੈਕਟਰੀ ਦੇ ਬਾਹਰ ਪਰਾਲੀ ਕਿਸਾਨ ਸਾੜ ਰਹੇ ਨੇ। ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ, ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਸਿਰਫ ਲਾਰੇ ਲਗਾਏ ਜਾ ਰਹੇ ਨੇ, ਸਾਡੀ ਪਰਾਲੀ ਕੋਈ ਨਹੀਂ ਚੱਕ ਕੇ ਲੈ ਕੇ ਗਿਆ। नहीं बिल्कुल, देखो जेडे ये प्रोजेक्ट मैन्युफैक्चरिंग प्लांट जेडे लाए जा रहे ने, ਉਹਦੇ ਨਾਲ ਜਿਹੜਾ ਕੱਲਾ ਜਿਹੜਾ ਹੈਗਾ ਲਹਿਰਾ ਗਾਗਾ ਦਾ, ਉਹਦੇ ਵਿੱਚ 45000 ਏਕੜ ਜਿਹੜਾ ਉਹਦਾ ਰਕਬਾ ਜਿਹੜਾ ਉਹ ਕਵਰ ਕੀਤਾ ਜਾ ਰਿਹਾ ਹੈ। ਇਹ ਨਹੀਂ ਹੈਗਾ, ਉਹਦਾ ਬਹੁਤ ਵੱਡਾ ਜਿਹੜਾ ਅਸਰ ਹੈ ਜਿਹੜਾ ਉਹ ਪਿਆ ਹੈ। ਔਰ ਸਾਡੇ ਇਲਾਕੇ ਦੇ ਵਿੱਚ ਵੀ, ਮੈਂ ਪਟਿਆਲਾ ਇਲਾਕੇ ਨਾਲ ਸੰਬੰਧ ਰੱਖਦਾ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਉੱਥੇ ਇਲਾਕੇ ਦੇ ਵਿੱਚ ਵੀ 2-3 ਜਗ੍ਹਾ ਤੇ ਨਾਲ ਬਾਰਡਰ ਤੇ ਹੀ ਉੱਥੇ ਵੇਅਰ ਹਾਊਸ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ, ਪਰਾਲੀ ਇਕੱਤਰ ਹੋ ਰਹੀ ਹੈ। ਔਰ ਪੰਜਾਬ ਦੇ ਵਿੱਚ ਅਸੀਂ 30000 ਮਸ਼ੀਨ ਜਿਹੜੀ ਹੈ ਉਹ ਉਹਨਾਂ ਦੀ ਵੰਡ ਜਿਹੜੀ ਹੈ ਉਹ ਜਿਹੜੀ ਕੀਤੀ ਹੈ। ਇਹਦੇ ਨਾਲ ਸਾਡੇ ਕੋਲ 1,20,000 ਮਸ਼ੀਨ ਜਿਹੜੀ ਹੈ
ਉਹ ਪਿੰਡਾਂ 'ਚ ਮਤਲਬ ਜਾ ਚੁੱਕੀ ਹੈ। ਔਰ ਇਹਦੇ ਹਾਲਾਂਕਿ ਔਰ ਬਿਲਕੁਲ ਬੜੀ ਪਾਰਦਰਸ਼ੀ ਤਰੀਕੇ ਨਾਲ ਵਧੀਆ ਢੰਗ ਨਾਲ, ਹਾਲਾਂਕਿ ਪੁਰਾਣੀਆਂ ਸਰਕਾਰਾਂ 'ਚ ਕਾਂਗਰਸ ਵੇਲੇ ਤੁਸੀਂ ਇਹ ਵੀ ਵੇਖਿਆ ਸੀ 90,000 ਮਸ਼ੀਨ 'ਚੋਂ 11,500 ਮਸ਼ੀਨ ਦਾ ਘਟਾਲਾ ਹੀ ਜਿਹੜਾ ਉਹ ਪਾਇਆ ਗਿਆ ਸੀ, ਉਹ ਵੀ ਤੁਹਾਨੂੰ ਯਾਦ ਹੋਵੇਗਾ। ਇਸ ਕਰਕੇ ਜਿਹੜੀ ਬੜੀ ਇਮਾਨਦਾਰੀ ਨਾਲ ਔਰ ਅਫਸਰਸ਼ਾਹੀ ਨੂੰ ਵੀ ਬੜਾ ਸੁਚੇਤ ਜਿਹੜਾ ਉਹ ਉਹਨਾਂ ਨੂੰ ਠੋਸ ਜਿਹੜਾ ਉਹਨਾਂ ਨੂੰ ਹੁਕਮ ਜਿਹੜੇ ਨੇ ਦਿੱਤੇ ਜਾ ਰਹੇ ਨੇ। ਖੁਦ ਜਦੋਂ ਖੇਤੀਬਾੜੀ ਮੰਤਰੀ ਜਿਹੜੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਪਟਿਆਲਾ ਆਏ ਸਨ, ਮੈਂ ਉਹਨਾਂ ਦੇ ਕੋਲ ਮੌਜੂਦ ਸਾਂ, ਉਹਨਾਂ ਨੇ ਬੜਾ ਸਖਤਾਈ ਨਾਲ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਆਖਿਆ ਸੀ। ਔਰ ਉਦੋਂ ਦੂਜੇ ਦਿਨ ਹੀ ਤੁਹਾਨੂੰ ਇਹ ਵੀ ਪਤਾ ਕਿ 4 ਖੇਤੀਬਾੜੀ ਅਫਸਰ ਜਿਹੜੇ ਨੇ ਸਸਪੈਂਡ ਵੀ ਕਰ ਦਿੱਤੇ ਸਨ, ਜਿਨ੍ਹਾਂ ਨੇ ਕਿਤੇ ਕੋਈ ਢਿੱਲ-ਮੱਠ ਕੀਤੀ, ਜਿਨ੍ਹਾਂ ਦੀ ਕੋਈ ਰਿਪੋਰਟ ਜਿਹੜੀ ਹੈ ਰਿਪੋਰਟ ਦੇ ਵਿੱਚ ਕਿਤੇ ਕਮੀ ਆਈ ਸੀ। ਇਸ ਕਰਕੇ ਔਰ ਇਹਦੇ ਨਾਲ ਜਿਹੜਾ ਹੈਗਾ ਤਕਰੀਬਨ 4-4, 5-5 ਮਸ਼ੀਨਾਂ ਜਿਹੜੀਆਂ ਖੇਤੀਬਾੜੀ ਅਫਸਰਾਂ ਨੂੰ ਅਲੱਗ ਤੌਰ ਤੇ ਦਿੱਤੀਆਂ ਗਈਆਂ ਨੇ ਵੀ ਕੋਈ ਵੀ ਕਿਸਾਨ ਜਿਹੜਾ ਉਹਨਾਂ ਨੂੰ ਫੋਨ ਕਰਦਾ, ਤੁਸੀਂ ਤੁਰੰਤ ਸਿਰਫ ਤੇਲ ਪਵਾ ਕੇ ਤੇ ਉਹਨਾਂ ਨੂੰ ਜਿਹੜੀ ਮਸ਼ੀਨ ਮੁਹੱਈਆ ਕਰਾ ਦਿਓ, ਕਿਰਾਏ ਦੀ ਵੀ ਲੋੜ ਨਾ ਉਹਨੂੰ ਪਵੇ। ਇਸ ਕਰਕੇ ਹਰ ਤਰੀਕੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜੀ ਇਹ ਕੋਈ ਕਾਂਗਰਸ ਦੇ ਪ੍ਰਵਕਤਾ ਗੱਲ ਕਰ ਰਹੇ ਸਨ, ਮੈਨੂੰ ਉਸ ਗੱਲ ਤੇ ਬੜਾ ਖੇਦ ਹੈ। ਠੀਕ ਹੈ ਸੰਧੂ ਸਾਹਿਬ, ਤੁਹਾਡੀ ਗੱਲ ਆ ਗਈ ਹੈ। ਮੈਂ ਵਾਪਸ ਮੁੜ ਸੁਰਜੀਤ ਸਿੰਘ ਸਾਧੂਗੜ੍ਹ ਜੀ ਦੇ ਕੋਲ ਜਾਵਾਂਗਾ। ਸਾਧੂਗੜ੍ਹ ਜੀ, ਜਿਹੜੀ ਹੈਪੀ ਸੀਡਰ ਦੀ ਗੱਲ ਕੀਤੀ ਜਾ ਰਹੀ ਹੈ, ਸਬਸਿਡੀਆਂ ਦੀ ਗੱਲ ਕੀਤੀ ਜਾ ਰਹੀ ਹੈ, ਤੁਸੀਂ ਪਿਛਲੇ ਕਈ ਦਹਾਕਿਆਂ ਤੋਂ ਤੁਸੀਂ ਨਾ ਤਾਂ ਝੋਨੇ ਦੀ ਫਸਲ ਨੂੰ ਪਾਣੀ ਲਗਾ ਰਹੇ ਹੋ, ਛਿੱਟਿਆਂ ਦੇ ਨਾਲ ਤੁਸੀਂ ਫਸਲ ਦਾ ਤੁਸੀਂ ਦਾਅਵਾ ਕਰਦੇ ਹੋ ਸਾਨੂੰ ਬਹੁਤ ਅੱਛਾ ਝਾੜ ਹੋ ਜਾਂਦਾ, ਤੇ ਨਾ ਪਰਾਲੀ ਸਾੜਨ ਦੀ ਲੋੜ ਪੈਂਦੀ ਆ। ਤੁਹਾਨੂੰ ਵੀ ਇਹ ਹੈਪੀ ਸੀਡਰ ਦੀ ਲੋੜ ਪੈਂਦੀ ਹੈ ਤੇ ਕਿਸੇ ਸਬਸਿਡੀ ਦੀ ਲੋੜ ਪੈਂਦੀ ਹੈ? ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਦਿਨ 2006 ਦੇ ਵਿੱਚ ਹੈਪੀ ਸੀਡਰ ਮੇਰੇ ਖਾਤੇ ਤੇ ਚੱਲਿਆ ਸੀ, ਕਿਉਂਕਿ ਪੂਰਾ ਕਾਮਯਾਬ ਆ। ਇਹਦੇ ਨਾਲ ਖਰਚਾ ਘਟਦਾ, ਪੈਸੇ ਵੀ ਬਚਦਾ ਤੇ ਕਣਕ ਵੀ ਝਾੜ ਵਧੀਆ ਦਿੰਦੀ ਹੈ। ਸੋ ਮਸ਼ੀਨਰੀ ਦੀ ਹੈ ਜੇ ਹੋਰ ਲੋੜ ਹੈ, ਸੈਕਟਰ ਕਾਰਪੋਰੇਟ ਕਿਸਾਨਾਂ ਦੀ ਬਹੁਤ ਬੜੇ ਮਦਦ ਕਰੇ, ਮਸ਼ੀਨਰੀ ਦੀ ਗਿਣਤੀ ਵਧਾਈ ਜਾਵੇ ਔਰ ਕਿਸਾਨ ਇੱਕ ਦੂਜੇ ਦੇ ਸਾਹਮਣੇ ਲੈ ਕੇ ਜਾਂ ਸੁਸਾਇਟੀਆਂ ਤੋਂ, ਪੰਚਾਇਤਾਂ ਤੋਂ ਜਿੱਥੋਂ ਅਵੇਲੇਬਲ ਹੋ ਸਕਦਾ ਹੈ ਉਹ ਸਾਰੇ ਵਰਤਣ। ਬਸ ਇੱਕ ਅਗਰ ਬਾਇਓਗੈਸ ਦੇ ਵਿੱਚ ਕੇਂਦਰ ਸਰਕਾਰ ਜ਼ਿਆਦਾ ਸਬਸਿਡੀ ਤੇ ਦੇਵੇ ਤਾਂ ਜਿਹੜਾ ਸਾਡਾ ਬਾਇਓਗੈਸ ਦਾ ਐਡਾ ਬੜਾ ਹਿੱਸਾ ਵਿਦੇਸ਼ਾਂ ਨੂੰ ਤੇਲ ਖਰੀਦਣ ਵਾਸਤੇ ਜਾ ਰਿਹਾ ਹੈ, ਤਾਂ ਬਾਇਓਗੈਸ ਬਣਾ ਕੇ ਕਿਸਾਨ ਜੀ ਸਕਣ, ਸਿਲੰਡਰ ਭਰ ਸਕਣ। ਬਾਇਓਗੈਸ ਦੇ ਪਲਾਂਟ ਬਹੁਤ ਵੱਧ ਕੱਢੇ ਜਾਂਦੇ ਨੇ ਔਰ ਇਹੋ ਜਿਹੀਆਂ ਫਸਲਾਂ ਕਿਸਾਨ ਬੀਜਣੀ ਸ਼ੁਰੂ ਕਰ ਦਿੱਤੇ ਜੋ ਬਾਇਓਗੈਸ ਨਿਕਲੇ, ਜਿਵੇਂ ਕਿ ਨੈਪੀਅਰ ਬਾਜਰਾ, ਜਿਹੜਾ ਕਿ ਇੱਕ ਵਾਰ ਬੀਜ ਕੇ ਕਈ ਸਾਲ ਵੱਢਿਆ ਜਾਂਦਾ ਹੈ, 4-5 ਸਾਲ ਵੱਢਣੇ ਹੈ, ਨਾ ਖਾਦ ਪਾਉਣਾ ਨਾ ਸਪਰੇ ਕਰਨੀ ਹੈ, ਉਹਦਾ ਮਿਸਾਲ ਵੀ ਬਹੁਤ ਹੈ। ਔਰ ਉਹਦੇ ਵਿੱਚੋਂ ਗੈਸ ਕੱਢ ਕੇ ਅਸੀਂ ਆਪਣੇ ਟਰੈਕਟਰ ਕਾਰਨ ਆਪਣੀ ਮਸ਼ੀਨਰੀ ਚਲਾ ਲਈਏ। ਸਾਡਾ ਦੇਸ਼ ਜਿਹੜਾ ਸੂਰਜ ਦੀ ਫਰੀ ਸ਼ਕਤੀ ਨਾਲ ਔਰ ਬਾਇਓਗੈਸ ਨਾਲ ਚੱਲ ਪਵੇ ਤਾਂ ਵਿਦੇਸ਼ੀ ਜਿਹੜਾ ਧਰਮ ਚੱਲ ਰਿਹਾ ਬਾਹਰ, ਵਿਦੇਸ਼ੀ ਮੁਦਰਾ ਸਾਲ ਬਚ ਸਕਦਾ ਹੈ ਔਰ ਕਿਸਾਨਾਂ ਦੀ ਹਾਲਤ ਸੁਧਾਰਨ ਵਾਸਤੇ ਪੈਸੇ ਨੂੰ ਵਰਤਿਆ ਜਾਵੇ। ਸੋ ਬਾਇਓਗੈਸ ਨੂੰ ਪਲੱਸ ਦਾ ਹੋਣੀ ਲੋੜ ਹੈ। ਖੇਤੀ ਦੇ ਜਿਹੜੇ ਸੰਦ ਨੇ ਹੈਪੀ ਸੀਡਰ, ਸੁਪਰ ਸੀਡਰ ਔਰ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ। ਅੱਛਾ, ਠੀਕ ਹੈ ਸਾਧੂਗੜ੍ਹ ਜੀ, ਵਾਪਸ ਤੁਹਾਡੇ ਕੋਲ ਆਵਾਂਗੇ। ਵਰਿੰਦਰ ਚੌਹਾਨ ਜੀ ਦੇ ਕੋਲ ਜਾਵਾਂਗੇ ਵਾਪਸ। 2 ਮਿੰਟ ਦਾ ਸਮਾਂ ਦਿਓ। ਵਰਿੰਦਰ ਚੌਹਾਨ ਜੀ, ਥੋੜੀ ਜੀ ਇਹ ਗੱਲ ਕਲੀਅਰ ਕਰੋ, ਜੇਕਰ ਇਹ ਚੱਕਰ ਫਸਲੀ ਚੱਕਰ ਇਸੇ ਤਰ੍ਹਾਂ ਚੱਲਦਾ ਰਿਹਾ, ਝੋਨੇ ਨੂੰ ਇਸੇ ਤਰ੍ਹਾਂ ਇਸ ਸਪੀਡ ਦੇ ਨਾਲ ਪਾਣੀ ਦਿੱਤਾ ਜਾਂਦਾ ਰਿਹਾ, ਜ਼ਮੀਨੀ ਪੱਧਰ ਹੋਰ ਹੇਠਾਂ ਜਾਂਦਾ ਰਿਹਾ, ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਹਰਿਆਣਾ ਕੱਲ ਨੂੰ ਆਉਣ ਵਾਲੇ ਕੁਝ ਸਾਲਾਂ ਬਾਅਦ ਰੇਗਿਸਤਾਨ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਣਗੇ? देखो आहूजा जी इस बात से बिल्कुल मैं आपकी सहमत हूं कि पानी कम है, पानी घट रहा है और जो भूमिगत जल है वो नीचे जा रहा है। धान में बहुत ज़्यादा पानी लगता है और इसलिए पंजाब के, हरियाणा के किसानों को धीरे धीरे धान से, गेहूं से हटकर दूसरी जो वैकल्पिक फसलें हैं, चाहे दलहन हो, तिलहन हो, ऐसी फसलें जिनमें पानी कम लगता हो उनकी तरफ जाना पड़ेगा। हरियाणा में हमने मक्का बोने वाले किसानों को
प्रोत्साहन देना शुरू किया है, उनको कैश प्रति एकड़ देने की एक योजना शुरू की है। हमारा एरिया अंडर क्रॉप मक्का के मामले में वो पिछले कुछ वर्षों में बढ़ा है, उसको और हम बढ़ाएंगे। इसी तरह हमने दलहन पे भी लोगों को प्रोत्साहन देना शुरू किया है। धीरे धीरे ये काम पंजाब को भी करना पड़ेगा। मैं एक बात मुझसे छूट गई थी, बहुत जरूरी मुझे कहनी है। आपकी रिपोर्ट में एक बात कही गई, पंजाब दा किसान ओ अन्नदाता है। जब आप यूं बैठकर कहते हैं कि पंजाब दा किसान अन्नदाता है, तो मैं हरियाणा बोल रहा हूं, मैं भी किसान का बेटा हूं, एक गांव से बोल रहा हूं, तो मुझे ये लगता है आप मुझे ये सुना रहे हैं कि केवल पंजाब का किसान अन्नदाता है, हरियाणा के किसान को आप किसान नहीं मानते और वो अन्नदाता भी नहीं है। जितना बड़ा अन्नदाता पंजाब का किसान है, उतना ही बड़ा अन्नदाता हरियाणा का किसान भी है। इतना फर्क होगा कि आपका एरिया हमसे थोड़ा ज्यादा होगा, आप बड़े भाई हैं, हम छोटे भाई हैं, लेकिन हरियाणा पंजाब के किसान में भेद करना छोड़ दीजिए। हमें हरियाणा और पंजाब दोनों स्टेट्स के डिस्टर्बेंस बहुत ज्यादा आ रही है। हमें हरियाणा और पंजाब दोनों स्टेट्स के किसानों को एक मान के उनको कन्विंस कराना पड़ेगा, उनको इंसेंटिव देने पड़ेंगे, और जो मनाए से इंसेंटिव के बावजूद भी एक गलत काम नहीं छोड़ता है, उसके खिलाफ थोड़ी सख्ती भी दिखानी पड़ेगी। हरियाणा में हमने ऐसा किया है तो नतीजे आ रहे हैं। और सुनिए, मैं एक आहूजा जी और बात साफ करता हूं जी। मैंने बिल्कुल दावा नहीं किया, ना मेरे मुख्यमंत्री जी ने दावा किया कि हरियाणा में फसल अवशेष अब जलाए नहीं जाते। हमारे यहाँ भी घटनाएं होती हैं, लेकिन हम रोकते हैं, मनाते हैं, और जो नहीं मानता, जो नहीं समझ रहा, उसके खिलाफ सख्त भी होते हैं। ऐसा ही पंजाब को भी करना चाहिए। एक ये बार बार बात और कह रहे हैं कि केंद्र च बीजेपी दी सरकार है, उन्होंने वास्ते असी एक स्कीम लेके आए सी, उन्होंने पैसा नहीं दिता। साहब, केंद्र ने तो हमें भी नहीं दिया, हम समाधान कर रहे हैं। दूसरी बात, पंजाब बार बार ये कहता है, आम आदमी पार्टी की सरकार, के साडे कोल पैसा नहीं, साडे खजाने खाली हो गए ने। तो भाई साहब, अरविंद केजरीवाल को और भगवंत सिंह मान को देश को बताना पड़ेगा कि सरकार में आने से पहले चुनाव लड़ते समय वो क्यों फ्री में ये, फ्री में वो, फ्री में और ये योजनाएं बांट रहे थे। और जब उनसे आपके जैसा आहूजा जी कोई एंकर या रिपोर्टर पूछता था कि पैसा कित्थों ले आओगे, थोड़े कोल पैसे किधरों आएंगे, तो वो कहते थे पंजाब भ्रष्टाचार में डूबा पड़ा है, हम 10 दिन में भ्रष्टाचार रोक देंगे, हजारों लाखों करोड़ रुपया बचा लेंगे और फिर पंजाब के लोगों को दे देंगे। मेरा हाथ जोड़ के अनुरोध है अरविंद केजरीवाल और भगवंत मान से, ये जानते हुए भी कि वो दोनों झूठ बोलते हैं, फिर भी मैं अनुरोध करता हूं कि अगर उनके पास आज भी कोई फार्मूला है भ्रष्टाचार रोक के पंजाब के किसान को माला माल करने का, जल्दी से जल्दी, ठीक है, 5 दिन ठीक है चौहान साहब, कर दें। ठीक है, हलीमी दे नाल तुसी अपना जवाब तुसी जय हो जाएगी, उनकी भी हो जाएगी और पंजाब का किसान इस संकट से बच जाएगा। हरियाणा और दिल्ली का पर्यावरण वो खराब होने से बच जाएगा। आ गया ਤੁਹਾਡਾ ਜਵਾਬ ਆ ਗਿਆ ਵਰਿੰਦਰ ਜੀ, ਤੁਹਾਡਾ ਜਵਾਬ ਆ ਗਿਆ। ਆਮ ਆਦਮੀ ਪਾਰਟੀ ਦੇ ਜਿਹੜੇ ਇੰਦਰਜੀਤ ਸੰਧੂ ਨੇ, ਉਹਨਾਂ ਨੂੰ ਪੁੱਛਣਾ ਚਾਹਾਂਗਾ, ਸਹਿਮਤ ਹੈਗੇ ਨੇ ਉਹ ਚੌਹਾਨ ਸਾਹਿਬ ਨੇ ਜਿਹੜੀ ਦਲੀਲ ਦਿੱਤੀ ਹੈਗੀ ਆ? देखो, प्रोफेसर वरिंदर जी गल रख रहे सन, गल इस तरह है कि जी जी इंदरजीत संधू जी जी गल जारी रखो, तुसी सहमत हो, तुसी सुनी है गल? बिल्कुल बिल्कुल, जिहड़ी गल हैगी है, जिहड़ी उन्होंने भ्रिष्टाचार की गल की, भ्रिष्टाचार ते असीं बहुत भ्रिष्टाचार के खिलाफ जिहड़ा है 7 महीनों च काम किया है। साडा 7 महीने का जिहड़ा कार्यकाल है वो अजिहा इन्ना शानदार रहा है कि इन्हां दे कोई 7 सालां दा कार्यकाल भी उस तरह का उन्ना वधिया नहीं रह सकता। असीं किसानां वास्ते काम करके दिखाया। भ्रिष्टाचार से असीं हेल्पलाइन के जरिए 200 भ्रिष्टाचारियों को अंदर किया फड़ के, और बहुत सारे जिहड़े नेतागण ने जिन्हां ने बहुत सारे घोटाले किए हुए सी, भावें भारत भूषण आशू सी, भावें साधु सिंह धर्मपुर सी। अच्छा, एक किसानी की गल जा रही है संधू साहब, मेरा एक सवाल है संधू जी इंदरजीत संधू जी मेरा एक सवाल है। 6 महीने ਦੇ ਵਿੱਚ ਦਿੱਤੀ ਹੈ ਕਿਸਾਨਾਂ ਨੂੰ। संधू जी, संधू साहब मेरा एक सवाल है, गल भ्रिष्टाचार दी नहीं चल रही, गल किसानी दी चल रही है। 492 करोड़ रुपया गन्ना उत्पादकों का पिछलियां सरकारों का रहिंदा सी, पिछलियां सरकारों ने मुद्दे तो नहीं पटकना,
ਅੱਜ ਦਾ ਮੁੱਦਾ ਪਰਾਲੀ ਦਾ ਰੁਪਈਆ ਜਿਹੜਾ ਅੱਜ ਦਾ ਮੁੱਦਾ ਫਸਲੀ ਚੱਕਰ ਦਾ ਪਹਿਲੀ ਵਾਰ ਔਰ ਜਿਹੜੀਆਂ ਗੰਨਾ ਮਿੱਲਾਂ ਜਿਹੜੀਆਂ ਨੇ ਅਸੀਂ ਇਸ ਵਾਰ ਉਹ ਚਾਲੂ ਕਰਾਉਣ ਜਾ ਰਹੇ ਹਾਂ, ਸਾਰੀਆਂ ਦੀਆਂ ਸਾਰੀਆਂ ਗੰਨਾ ਮਿੱਲਾਂ। ਇਸ ਕਰਕੇ ਅਸੀਂ ਲਗਾਤਾਰ ਜਿਹੜਾ ਕਿਸਾਨਾਂ ਵਾਸਤੇ ਅਸੀਂ 360 ਰੁਪਏ ਤੋਂ 20 ਰੁਪਏ ਜਿਹੜਾ ਭਾਅ ਗੰਨੇ ਦਾ ਵਧਾ ਕੇ 380 ਰੁਪਏ ਕੀਤਾ ਹੈ। ਉਸਨੇ ਲਗਾਤਾਰ ਇਸ ਟੌਪਿਕ ਤੇ ਕੰਮ ਕਰ ਰਹੇ ਆ ਔਰ ਲਗਾਤਾਰ ਜਿਹੜਾ ਪੋਲੂਸ਼ਨ ਦੇ ਉੱਤੇ ਵੀ ਵਰਿੰਦਰ ਜੀ ਤੁਹਾਡੇ ਤੋਂ ਪਹਿਲਾਂ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ। ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ, ਇੱਕ ਸਵਾਲ ਮੇਰਾ ਹੈਗਾ ਉਹਨਾਂ ਨੂੰ, ਕੇਂਦਰ ਸਾਡਾ ਵੱਡਾ ਭਰਾ ਹੈ। ਸੰਧੂ ਜੀ ਟੈਕਸ ਦੇ ਰੂਪ ਦੇ ਵਿੱਚ ਕੇਂਦਰ ਜਦੋਂ ਸਾਡੇ ਤੋਂ ਪੈਸੇ ਲੈਂਦਾ ਹੈ, ਸੰਧੂ ਜੀ ਸਮੇਂ ਦੀ ਬਹੁਤ ਗੱਲ ਹੈਗੀ ਆ। ਮੇਰਾ ਇੱਕ ਸਵਾਲ ਲੈ ਲਓ, ਮੇਰਾ ਇੱਕ ਸਵਾਲ ਲੈ ਲਓ ਸੰਧੂ ਜੀ। ਚੌਹਾਨ ਸਾਹਿਬ ਤੁਹਾਡੇ ਕੋਲ ਆਵਾਂ ਮੈਂ। ਸੰਧੂ ਸਾਹਿਬ ਨਾਲ ਇੱਕ ਸਵਾਲ ਮੇਰਾ ਇਹ ਹੈਗਾ। ਸੰਧੂ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਠੀਕ ਸੁਣ ਰਹੀ ਹੈ ਆਵਾਜ਼? ਸੰਧੂ ਜੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਤਰਨਤਾਰਨ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਖੇਤੀਬਾੜੀ ਮੰਤਰੀ ਨੇ, ਉਹਨਾਂ ਵੱਲੋਂ 4 ਅਧਿਕਾਰੀਆਂ ਨੂੰ ਡਿਸਮਿਸ ਕੀਤਾ ਗਿਆ। ਉਹ ਕਾਰਵਾਈ ਕਿਉਂ ਕੀਤੀ ਗਈ ਹੈ ਜਦੋਂ ਕਿ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਉਹ ਪਰਾਲੀ ਨੂੰ ਅੱਗ ਜਿੱਥੇ ਲਗਾਈ ਜਾ ਰਹੀ ਸੀ ਉਹਨੂੰ ਬੁਝਾਉਂਦੇ ਹੋਏ ਦਿਖਾਈ ਦਿੱਤੇ ਸੀਗੇ। ਅਸੀਂ ਆਪ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਨੇ ਕੰਮ ਕੀਤਾ ਜਿੱਦਣ 3.5 ਸਾਲ ਹੋ ਗਏ ਤਾਂ ਤੁਸੀਂ ਉਹ ਵੀ ਜਿਹੜਾ ਕੰਪੈਰੀਜ਼ਨ ਕਰ ਲਿਆ ਜੀ। एक छोटा सा सवाल है, एक छोटा सा सवाल है, एक छोटा सा सवाल। जी वरिंदर चौहान जी अपनी गल रखो। प्रोफेसर साहब ਅਸੀਂ ਤਾਂ ਵਰਿੰਦਰ ਜੀ ਜਿਹੜੀ ਉਹਨਾਂ ਦੀ ਵਰਿੰਦਰ ਜੀ ਨੂੰ ਸਵਾਲ ਕਰਨ ਦਿਓ। ਇੱਕ ਵਰਿੰਦਰ ਜੀ ਇੱਕ ਸਵਾਲ ਕਰਨਾ ਚਾਹੁੰਦੇ ਨੇ ਸੰਧੂ ਸਾਹਿਬ। ਤੁਸੀਂ ਹਾਕਮ ਧਿਰ ਦੇ ਬੁਲਾਰੇ ਹੈਗੇ ਹੋ, ਵਿਰੋਧੀ ਧਿਰ ਹੈਗੀ ਆ ਪੰਜਾਬ ਦੇ ਵਿੱਚ ਬੀਜੇਪੀ, ਉਹਨਾਂ ਨੂੰ ਸਵਾਲ ਕਰਨ ਦਿਓ। ਪਰ ਅਸੀਂ ਕੀਤੀ आप पराली की गल करो ना। हुण एक छोटा जिहा सवाल है मेरे कहता जी वरिंदर जी। आहूजा जी मैं सिर्फ ये पूछ रहा हूं कि आज 7-8 महीने में इन्होंने भ्रष्टाचार की कमर तोड़ के जो अरबों करोड़ों रुपए कमाए हैं वो पंजाब के किसान को पराली जलाने से रोकने के लिए क्यों नहीं दे रहे? आप ही कैसे 10 दिन में रोक लेंगे? 10 दिन में आप कह रहे थे कि आप रोक देंगे और अरबों खरबों रुपए ले आएंगे। अरे बांटिए पंजाब के किसान को। ये पंगू साहब कुछ कहना चाह रहे हैं, कांग्रेस पार्टी के बुला रहे हैं जेडे वरिंदर पंगू जी भी कुछ कहना चाह रहे हैं। पिछली सरकारां एक साल लगातार काम कर रहे हैं। 10 करोड़ इश्तिहारबाजी ਦੇ ਵਰਤੇ ਜਿਹੜੇ ਆਮ ਆਦਮੀ ਦੀ ਸਰਕਾਰ 750 ਕਰੋੜ ਵਰਤ ਰਹੀ ਹੈ। ਜੇ 750 ਕਰੋੜ ਕਿਸਾਨਾਂ ਨੂੰ ਪਰਾਲੀ ਸਾਂਭ ਸੰਭਾਲ ਲਈ ਦਿੱਤਾ ਹੁੰਦਾ ਤੇ ਜਿੱਦਾਂ ਪਟਾਲ ਜੋ ਪਲਾਂਟ ਲੱਗਿਆ ਆ 2019 ਵਿੱਚ ਲੱਗਿਆ, ਜਿਹਦਾ ਉਦਘਾਟਨ ਸੀਐਮ ਸਾਹਿਬ ਭਗਵੰਤ ਮਾਨ ਕਰਕੇ ਆ ਰਹੇ ਨੇ, ਜੋ ਪਿਛਲੇ ਸੀਜ਼ਨ ਜੇਕਰ 750 ਕਰੋੜ ਦਾ ਇਹੋ ਜਿਹੇ ਹੋਰ ਸਾਰੇ ਬੁਲਾਰਿਆਂ ਨੂੰ ਮੇਰੀ ਇੱਕ ਛੋਟੀ ਜਿਹੀ ਅਪੀਲ ਹੈਗੀ ਆ। ਸਾਰੇ ਬੁਲਾਰਿਆਂ ਨੂੰ ਮੇਰੀ ਅਪੀਲ ਹੈਗੀ ਆ। ਸਾਰੇ ਬੁਲਾਰਿਆਂ ਨੂੰ ਮੇਰੀ ਅਪੀਲ ਹੈਗੀ ਆ। ਅੱਜ ਦਾ ਜਿਹੜੀ ਡਿਬੇਟ ਦਾ ਮੁੱਦਾ ਸੀਗਾ ਉਹ ਪਰਾਲੀ ਦੇ ਸੇਕ ਤੇ ਕੇਂਦਰਿਤ ਹੈਗਾ ਸੀਗਾ। ਜੇਕਰ ਅੱਜ ਵੀ ਫਸਲੀ ਵਿਭਿੰਨਤਾ ਵੱਲ ਅਸੀਂ ਨਹੀਂ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਇਹਦਾ ਖਮਿਆਜ਼ਾ ਜ਼ਰੂਰ ਭੁਗਤਣਗੀਆਂ। ਜਿੰਨੇ ਵੀ ਸਰੋਤੇ ਅੱਜ ਵੱਖ-ਵੱਖ ਪਾਰਟੀਆਂ ਦੇ ਇਸ ਡਿਬੇਟ ਦੇ ਵਿੱਚ ਹਿੱਸਾ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦਾ। ਸੋ ਅਗਲੀ ਡਿਬੇਟ ਦੇ ਵਿੱਚ ਕੱਲ ਨੂੰ ਇੱਕ ਨਵੇਂ ਕਿਸੇ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਪੇਸ਼ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ।